ਆਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੁਚੰਗ ਛੰਦ ਨਮੋ ਚੰਡਿਕਾ ਕਾਲਿਕਾ ਬਾਕਬਾਨੀ ਬਿਘਨਾ ਹਰੰਤੀ ਸਦਾ ਬੁੱਧ ਦਾਨੀ। ਕਰੋ ਦਾਤ ਮਾਤਾ ਮੁਝੇ ਦਾਸ ਜਾਨੋ ਸੁਛੰਦੰ ਗੁਰੂ ਕੀ ਕਥਾਓਂ ਬਖਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਰੱਬੀ ਬਾਣੀ ਦੇ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਚਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸੰਧਿਆ ਸਮੇਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਕਥਾ ਦਾ ਵੇਲਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਆਪ ਜੀ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਨਾਰਸ ਵਿੱਚ ਪੰਡਤਾਂ ਨੂੰ ਉਪਦੇਸ਼ ਦੇ ਰਹੇ ਨੇ। ਜਿਨ੍ਹਾਂ ਪੰਡਤਾਂ ਨੇ ਆ ਕੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਸੀ, ਸਤਿਗੁਰੂ ਅਸੀਂ ਪੜ੍ਹੇ ਲਿਖੇ ਬਹੁਤ ਹਾਂ, ਬਹੁਤ ਸਾਰੇ ਵੇਦ ਸ਼ਾਸਤਰ ਪੜ੍ਹੇ ਨੇ, ਪੜ੍ਹ ਵੀ ਰਹੇ ਹਾਂ, ਪਰ ਸਾਡੇ ਮਨ ਸ਼ਾਂਤ ਨਹੀਂ ਹੁੰਦੇ। ਪਾਤਸ਼ਾਹ ਨੇ ਬਚਨ ਕਿਹਾ ਵੀ ਵਪਾਰੀ ਨਾ ਬਣੋ, ਜੋ ਪੜ੍ਹਦੇ ਹੋ ਉਹਨੂੰ ਆਪਣੇ ਜੀਵਨ 'ਚ ਢਾਲੋ। ਉਦਾਹਰਣ ਦਿੱਤੇ, ਜਿਹੜੇ ਧਰਮ ਗ੍ਰੰਥ ਲਿਖੇ ਗਏ ਨੇ ਕਵੀਆਂ ਵੱਲੋਂ, ਉਹ ਕਵੀਆਂ ਵੱਲੋਂ ਲਿਖੇ ਗਏ ਧਰਮ ਗ੍ਰੰਥ ਜਾਂ ਉਚਾਰਨ ਕੀਤੇ ਗਏ ਵੇਦ ਸ਼ਾਸਤਰ ਉਹ ਲੋਹੇ ਦੇ ਮਨਿੰਦ ਨੇ। ਉਹਨਾਂ ਦੇ ਟੀਕਾ ਕਰਨ ਵਾਲੇ ਟੀਕਾਕਾਰ ਮਹਾਂਪੁਰਸ਼ ਸ਼ਿਗਲੀਗਰਾਂ ਦੇ ਮਨਿੰਦ ਨੇ, ਔਰ ਉਹਨਾਂ ਸ਼ਾਸਤਰਾਂ ਨੂੰ ਪਕੜ ਕੇ ਜੰਗ ਦੇ ਮੈਦਾਨ 'ਚ ਲੜਨੇ ਵਾਲੇ ਯੋਧੇ ਨੇ। ਜਿਹੜੇ ਤਾਂ ਯੋਧੇ ਹੁੰਦੇ ਐ ਉਹ ਵੈਰੀ ਨੂੰ ਮਾਰ ਕੇ ਉਹਦੇ 'ਤੇ ਜਿੱਤ ਪ੍ਰਾਪਤ ਕਰਕੇ ਆਪਣੇ ਨਿਜ ਮਨ ਨੂੰ ਕਾਬੂ ਕਰ ਲੈਂਦੇ ਹਨ। ਸਤਿਗੁਰਾਂ ਦੇ ਬਚਨ ਸੁਣ ਕੇ ਨਾ ਬੇਨਤੀ ਕੀਤੀ, ਮਹਾਰਾਜ ਸਾਨੂੰ ਆਪਣਾ ਸਿੱਖ ਬਣਾਓ, ਆਪਣਾ ਉਪਦੇਸ਼ ਦਿਓ। ਗੁਰਦੇਵ ਨੇ ਸਤਿਗੁਰਾਂ ਨੇ ਆਖਿਆ ਨਾਮ ਜਪਿਆ ਕਰੋ। ਕਹਿੰਦੇ ਜੀ ਕਿਹੜਾ ਨਾਮ ਜਪੀਏ? ਨਾ ਤਾਂ ਬੇਨਤੀ ਨੇ ਪਰਮੇਸ਼ਰ ਦੇ,
ਸਤਿਗੁਰਾਂ ਆਖਿਆ ਉਹ ਨਾਮ ਜਪੋ ਜਿਹੜਾ ਤੁਹਾਡੇ ਗੁਰੂ ਨੇ ਤੁਹਾਨੂੰ ਦਿੱਤਾ ਹੈ। ਕਿਸ਼ਤੀਆਂ ਸਾਰੀਆਂ ਹੀ ਤਾਰਦੀਆਂ ਨੇ ਜੇ ਨਦੀ 'ਚ ਖਲੋਤੀਆਂ ਹੋਣ, ਪਰ ਆਪਾਂ ਉਸ ਕਿਸ਼ਤੀ ਤੇ ਬਹਿਣਾ ਹੁੰਦਾ ਜਿਹਦੇ 'ਚ ਮਲਾਹ ਬੈਠਾ ਹੋਵੇ। ਕਿਸ਼ਤੀਆਂ ਤਾਰ ਸਾਰੀਆਂ ਹੀ ਸਕਦੀਆਂ ਨੇ, ਪਰ ਮਲਾਹ ਤੋਂ ਬਿਨਾਂ ਕਿਸ਼ਤੀ ਕਿਵੇਂ ਪਾਰ ਜਾਏਗੀ। ਇਸ ਕਰਕੇ ਨਾਮ ਸਾਰੇ ਹੀ ਤਾਰ ਦਿੰਦੇ ਆ ਪਰਮੇਸ਼ਰ ਦੇ, ਪਰ ਜਿਹੜਾ ਨਾਮ ਗੁਰੂ ਦੇ ਮੁਖ ਰਾਹੀਂ ਪ੍ਰਾਪਤ ਹੋਵੇ ਤੁਸੀਂ ਉਹਦਾ ਜਾਪ ਜਪਣਾ, ਉਹਦੀ ਆਰਾਧਨਾ ਕਰਨੀ ਹੈ। ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਕੇ ਇਹਨਾਂ ਪੰਡਤਾਂ ਦੇ ਹਿਰਦੇ ਸ਼ਾਂਤ ਹੋਏ। ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਲੱਗੇ, ਅਭਿਆਸੀ ਹੋਏ। ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਜਦੋਂ ਇਹ ਗੁਰਸਿੱਖੀ ਧਾਰਨ ਕਰ ਗਏ, ਭਾਈ ਗੁਰਦਾਸ ਜੀ ਦਾ ਜਦੋਂ ਵੇਲਾ ਆਇਆ, ਭਾਈ ਸਾਹਿਬ ਜਦੋਂ ਕਾਂਸ਼ੀ ਗਏ ਨੇ, ਉਹ ਅੱਗੋਂ ਇਹਨਾਂ ਦੇ ਹੀ ਵੰਸ਼ਜ ਸਨ ਜਿਨ੍ਹਾਂ ਨੇ ਭਾਈ ਗੁਰਦਾਸ ਜੀ ਦੀ ਸੇਵਾ ਟਹਿਲ ਕੀਤੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਨ੍ਹਾਂ ਪੰਡਿਆਂ ਨੂੰ ਸਹਿਜ ਕੀਰਤੀ ਦੇ ਸ਼ਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ ਕੇ ਨਿਵਾਜਿਆ ਸੀ, ਉਹ ਵੀ ਇਹਨਾਂ ਦੇ ਹੀ ਵੰਸ਼ਜ ਸਨ। ਨੌਵੇਂ ਪਾਤਸ਼ਾਹ ਜਦੋਂ ਆਏ ਨੇ ਬਨਾਰਸ, ਤੋ ਇਹਨਾਂ ਦੇ ਹੀ ਵੰਸ਼ਜ ਸਨ ਜਿਨ੍ਹਾਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਸਿੱਖੀ ਧਾਰਨ ਕਰਵਾ ਗਏ ਸੀ, ਤੇ ਉਹਨਾਂ ਦੇ ਅੱਗੋਂ ਪੋਤਰੇ ਜਿਹੜੇ ਸਨ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ 'ਚ ਹਾਜ਼ਰ ਹੋਏ ਸਨ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਘਰ ਨਾਲ ਇਹਨਾਂ ਦੀ ਚਿਰੰਕਾਲ ਵਾਸਤੇ ਸਾਂਝ ਬਣਾ ਲਈ। ਦਿਆਲੂ ਸਤਿਗੁਰੂ ਜੀ ਬਨਾਰਸ ਤੋਂ ਅੱਗੇ ਵਧੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਜੀ ਮਹਾਰਾਜ ਜਿਵੇਂ ਦੱਖਣ ਦੇਸ਼ ਨੂੰ ਜਾ ਰਹੇ ਨੇ, ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਚੰਗ ਛੰਦ। ਨਮੋ ਚੰਡਿਕਾ ਕਾਲਿਕਾ ਬਾਕਬਾਨੀ। ਨਮਸਕਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਨੂੰ, ਜੋ ਸਾਡੀ ਬਾਣੀ ਨੂੰ ਜੋ ਅਸੀਂ ਬੋਲ ਰਹੇ ਹਾਂ ਇਹਨੂੰ ਚੇਤਨਾ ਦੇਣ ਵਾਲੀ ਹੈ। ਬਿਘਨਾ ਹਰੰਤੀ ਸਦਾ ਬੁੱਧ ਦਾਨੀ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਇਹ ਪ੍ਰਚੰਡ ਸ਼ਕਤੀ ਜੋ ਸਾਡੇ ਬਿਘਨਾਂ ਨੂੰ ਨਾਸ ਕਰਨ ਵਾਲੀ ਹੈ ਔਰ ਸਾਨੂੰ ਸਦ ਬੁੱਧੀ ਪ੍ਰਦਾਨ ਕਰਨ ਵਾਲੀ ਹੈ। ਕਰੋ ਦਾਤ ਮਾਤਾ ਮੁਝੇ ਦਾਸ ਜਾਨੋ। हे ਅਕਾਲ ਪੁਰਖ ਜੀਓ, ਸ਼ਕਤੀ ਰੂਪ ਹੋ ਕੇ ਤੁਸੀਂ ਸਾਡੇ ਤੇ ਦਾਨ ਦਿਓ। ਸਾਨੂੰ ਆਪਣਾ ਦਾਸ ਜਾਣ ਕਰਕੇ, ਸਾਨੂੰ ਆਪਣਾ ਸੇਵਕ ਜਾਣ ਕਰਕੇ ਮੈਨੂੰ ਇਹ ਦਾਨ ਦਿਓ, ਇਹ ਦਾਤ ਦਿਓ। ਸੁਛੰਦੰ ਗੁਰੂ ਕੀ ਕਥਾ ਹੋ ਬਖਾਨੋ। ਕਿ ਮੈਂ ਸਵਤੰਤਰ ਹੋ ਕੇ ਵਿਕਾਰਾਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਨੂੰ ਕਹਿ ਸਕਾਂ। ਇਹ ਮਾਂ ਕਵੀ ਜੀ ਮੰਗਲ ਕਰ ਰਹੇ ਨੇ ਅਕਾਲ ਪੁਰਖ ਦੀ ਸ਼ਕਤੀ ਦਾ। ਮੈਨੂੰ ਇਹ ਦਾਨ ਦਿਓ हे ਅਕਾਲ ਪੁਰਖ ਜੀ, ਕਿ ਮੈਂ ਸੁਛੰਦ ਹੋ ਕੇ ਵਿਕਾਰਾਂ ਤੋਂ ਮੁਕਤ ਹੋ ਕੇ, ਬੰਧਨਾਂ ਤੋਂ ਮੁਕਤ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਕਥਾ ਕਹਿ ਸਕਾਂ, ਲਿਖ ਸਕਾਂ। ਐਸਾ ਵਰਦਾਨ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ। ਚੌਪਈ। ਸੁਨ ਸ਼੍ਰੀ ਅੰਗਦ ਕਥਾ ਰਸਾਲਾ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਇਹ ਕਥਾ ਸੁਣੋ। ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਭਾਈ ਬਾਲਾ ਜੀ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੀ ਰਸ ਭਰੀ ਅੰਮ੍ਰਿਤਮਈ ਕਥਾ, ਪਰਮੇਸ਼ਰ ਦੀ ਕਥਾ ਆਪ ਜੀ ਸਰਵਣ ਕਰੋ। ਆਗੇ ਗਮਨੇ ਬਹੁਰ ਕਿਰਪਾਲਾ। ਬਨਾਰਸ ਦੇ ਜੀਵਾਂ ਦਾ ਭਲਾ ਕਰਕੇ, ਇੱਥੋਂ ਦੇ ਜੀਵਾਂ ਦੀ ਕਲਿਆਣ ਕਰਕੇ ਮਹਾਰਾਜ ਜੀ ਇੱਥੋਂ ਅੱਗੇ ਵਧੇ ਹਨ। ਜਗਨਨਾਥ ਕੋ ਜੈ ਅਸਥਾਨਾ। ਰਸਤੇ 'ਚ ਅਨੇਕਾਂ ਥਾਮ, ਅਨੇਕਾਂ ਜੀਵਾਂ ਨੂੰ ਪਵਿੱਤਰ ਕਰਦਿਆਂ ਹੋਇਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਨਨਾਥਪੁਰੀ 'ਚ ਪਹੁੰਚੇ ਹਨ, ਜਿੱਥੇ ਬਹੁਤਿਆਂ ਦੀ ਇਹ ਮਾਨਤਾ ਸੀ ਕਿ ਇੱਥੇ ਹਰੀ ਵਸਦਾ ਹੈ। ਮਹਾਰਾਜ ਜੀ ਦੇ ਗੁਰਬਾਣੀ ਦੇ ਬਚਨ ਨੇ ਕਿ ਲੋਕ ਇਸ ਭਰਮ ਵਿੱਚ ਵੀ ਹਨ
ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲਹੈ ਮੁਕਾਮਾ। ਪੱਛਮ ਦੇ ਵਿੱਚ ਕਾਬੇ ਵਿੱਚ ਰੱਬ ਨੂੰ ਮੰਨਣ ਵਾਲੇ ਲੋਕ ਵੀ ਨੇ, ਔਰ ਦੱਖਣ ਵਿੱਚ ਵੀ ਆਪਣੇ ਭਗਵਾਨ ਨੂੰ ਮੰਨਣ ਵਾਲੇ ਲੋਕ ਵੀ ਹਨ, ਜਿਹੜੇ ਕੇਵਲ ਇੱਕ ਜਗ੍ਹਾ ਤੇ ਆਪਣੇ ਪਰਮੇਸ਼ਰ ਨੂੰ ਸੁਨਿਸ਼ਚਿਤ ਕਰੀ ਬੈਠੇ ਨੇ। ਹਾਲਾਂਕਿ ਉਹ ਪਾਰ ਬ੍ਰਹਮ ਪਰਮੇਸ਼ਰ ਤਾਂ ਸਰਬ ਥਾਈਂ ਵਿਆਪਕ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕਾਹੂ ਪਛਾਹਾ ਕੋ ਸੀਸ ਨਿਵਾਇਓ। ਅਵਾਚੀ ਦਾ ਮਤਲਬ ਹੁੰਦਾ ਦੱਖਣ ਦਿਸ਼ਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣ ਦਿਸ਼ਾ ਵੱਲ ਵਧੇ ਨੇ। ਚੱਲ ਕੇ ਪਾਤਸ਼ਾਹ ਜੀ ਜਗਨਨਾਥਪੁਰੀ ਵਿੱਚ ਆਏ ਹਨ। ਤਹਾਂ ਜਾਈ ਪਹੁੰਚੇ ਗਤ ਦਾਨਾ, ਜਿੱਥੇ ਭਗਵਾਨ ਜਗਨਨਾਥ ਦਾ ਬੜਾ ਵੱਡਾ ਪ੍ਰਸਿੱਧ ਮੰਦਿਰ ਹੈ, ਉੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਹਨ। ਹਰ ਮੰਦਰ ਕੀ ਦਰ ਪਰ ਜਾਈ। ਜਗਨਨਾਥਪੁਰੀ ਦਾ ਜਿਹੜਾ ਮੰਦਿਰ ਹੈ, ਜਿਹਨੂੰ ਇਹ ਹਾਰੀ ਦਾ ਮੰਦਿਰ ਦੱਸਦੇ ਹਨ, ਉਸ ਮੰਦਿਰ ਦੇ ਦਰਵਾਜ਼ੇ ਦੇ ਉੱਤੇ ਜਾ ਕੇ ਸਤਿਗੁਰੂ ਜੀ ਖੜੇ ਹਨ। ਬੈਠੀ ਕਿਤਕ ਕਾਲ ਤੈ ਥਾਈ, ਜਾ ਕੇ ਪਹਿਲਾਂ ਖਲੋਤੇ ਤੇ ਫਿਰ ਪਾਤਸ਼ਾਹ ਜੀ ਉਸ ਮੰਦਿਰ ਦੇ ਦਰਾਂ ਦੇ ਪਾਸ ਜਾ ਕੇ ਬੈਠ ਗਏ। ਗੁਰੂ ਨਾਨਕ ਸਾਹਿਬ ਸਮੁੰਦਰ ਦੇ ਕੰਢੇ ਦੇ ਉੱਤੇ ਨਗਰੀ ਵਸਦੀ ਹੈ ਜਗਨਨਾਥਪੁਰੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਮੰਦਿਰ ਦੇ ਦਰਵਾਜ਼ੇ ਦੇ ਉੱਤੇ ਚੌਂਕੜਾ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠ ਗਏ ਨੇ, ਸਜ ਗਏ ਹਨ। ਸੰਧਿਆ ਕਾਲ ਪਹੁੰਚਿਓ ਜਬਈ, ਜਦੋਂ ਸੰਧਿਆ ਦਾ ਸਮਾਂ ਹੋਇਆ, ਸੰਧਿਆ ਦਾ ਵੇਲਾ ਹੋਇਆ, ਕਿਉਂਕਿ ਤ੍ਰੈ ਸੰਧਿਆ ਹਿੰਦੂ ਧਰਮ ਦੇ ਵਿੱਚ, ਸਨਾਤਨ ਧਰਮ ਦੇ ਵਿੱਚ ਕਰਨ ਦੀ ਰੀਤ ਹੈ। 3 ਸਮੇਂ ਉਹ ਸੰਧਿਆ ਕਰਦੇ, 3 ਸਮੇਂ ਹੀ ਸੰਧਿਆ ਦੀ ਆਰਤੀ ਕਰਦੇ ਹਨ। ਤੋ ਜਦੋਂ ਸ਼ਾਮ ਦਾ ਸਮਾਂ ਹੋਇਆ, ਸੰਧਿਆ ਦਾ ਵੇਲਾ ਹੋਇਆ, ਸਭ ਪੰਡੀ ਮਿਲ ਆਈ ਤਬਈ। ਜਗਨਨਾਥਪੁਰੀ ਦੇ ਮੰਦਿਰ ਵਿੱਚ ਜਿਹੜੇ ਪੰਡੇ ਪੂਜਾ ਕਰਦੇ ਸਨ, ਉਹ ਸਾਰੇ ਪੰਡੇ ਆ ਕੇ ਪਹੁੰਚ ਗਏ, ਇਕੱਤਰ ਹੋ ਗਏ। ਕਰਨ ਲਗੀ ਆਰਤੀ ਤੈਵਾ, ਉੱਥੇ ਆਣ ਕੇ ਤਿਨਾਂ ਨੇ ਦੀਵੇ ਆਦਿਕ ਬਾਲੇ ਔਰ ਬਾਲ ਕੇ ਆਰਤੀ ਕਰਨ ਲੱਗੇ। ਆਰਤੀ ਆਪਣੇ ਭਗਵਾਨ ਜੀ ਦੀ ਜਗਨਨਾਥਪੁਰੀ ਵਿੱਚ ਕਰਨ ਲੱਗੇ। ਜਗਨਨਾਥ ਕੋ ਮੰਦਰ ਜੈਵਾ, ਉਸ ਮੰਦਰ ਦੇ ਵਿੱਚ ਆਰਤੀ ਕਰ ਰਹੇ ਨੇ, ਜਿਹਨੂੰ ਜਗਨਨਾਥ ਭਗਵਾਨ ਦਾ ਮੰਦਰ ਕਿਹਾ ਜਾਂਦਾ ਹੈ। ਸ਼੍ਰੀ ਗੁਰ ਬੈਠੇ ਰਹੀ ਅਡੋਲਾ, ਇਹ ਪੰਡੇ ਉੱਥੇ ਖਲੋਤੇ ਆਰਤੀ ਕਰਦੇ ਰਹੇ, ਸਤਿਗੁਰੂ ਜੀ ਬੈਠੇ ਰਹੇ ਬਾਹਰ। ਇਹ ਆਰਤੀ ਕਰ ਰਹੇ ਨੇ, ਆਰਤੀ ਹੁਣ ਖਲੋ ਕੇ ਕਰਦੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਹਰ ਬੈਠੇ ਹੋਏ ਨੇ। ਠਾਂਡੀ ਪਏ ਨਾ ਕੁਛ ਮੁਖ ਬੋਲਾ, ਨਾ ਮਹਾਰਾਜ ਜੀ ਉੱਠ ਕੇ ਖਲੋਤੇ, ਨਾ ਹੀ ਉਹਨਾਂ ਦੀ ਜਿਹੜੀ ਉਹ ਆਰਤੀ ਗਾਉਂਦੇ ਹੁੰਦੇ ਐ, ਉਹ ਆਰਤੀ ਦਾ ਸ਼ਬਦ ਵੀ ਸਤਿਗੁਰਾਂ ਨੇ ਆਪਣੇ ਮੁਖੋਂ ਨਹੀਂ ਪੜਿਆ। ਨਾ ਮਹਾਰਾਜ ਜੀ ਕੁਝ ਬੋਲੇ, ਨਾ ਹੀ ਸਤਿਗੁਰੂ ਜੀ ਉੱਠ ਕੇ ਖਲੋਤੇ। ਤੈ ਚਿਨ ਪੰਡੇ ਰਿਸ ਉਰ ਤਾਰੀ, ਉਹ ਕਹਿੰਦਾ ਸੀ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਜੀ ਕਹਿੰਦੇ ਕਿਹਦੇ ਨਾਲ ਨਮਾਜ਼ ਪੜ੍ਹਦੇ ਜੇ ਤੁਹਾਡੇ ਮਾਨੀ ਇੱਥੇ ਨਹੀਂ ਸੀ। ਉਹੀ ਹਾਲਾਤ ਇੱਥੇ ਜਿਵੇਂ ਦੌਲਤ ਖਾਂ ਦਾ ਸੀ, ਸੁਲਤਾਨਪੁਰ ਤੇ ਕਾਜੀ ਦਾ ਸੀ, ਇੱਥੇ ਨਾ ਪੰਡਿਆਂ ਦੇ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੇ ਸੀ। ਬਾਹਰੋਂ ਸਰੀਰ ਕਰਕੇ ਆਰਤੀ ਕਰ ਰਹੇ ਨੇ, ਪਰ ਮਨ ਇਹਨਾਂ ਦੇ ਕਈ ਥਾਵਾਂ ਤੇ ਭਟਕਦੇ ਫਿਰਦੇ ਸਨ। ਸਤਿਗੁਰੂ ਜੀ ਜਦੋਂ ਇਹਨਾਂ ਦੇ ਨਾਲ ਨਹੀਂ ਖਲੋਤੇ, ਪਿੱਛੇ ਅਡੋਲ ਬੈਠੇ ਰਹੇ। ਪੰਡਿਆਂ ਨੇ ਆਰਤੀ ਕੀਤੀ। ਆਰਤੀ ਕਰਨ ਤੋਂ ਬਾਅਦ ਬੜੇ ਗੁੱਸੇ ਵਿੱਚ ਆਏ, ਅੱਗ ਭੰਬੂੜਾ ਹੋਏ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖਣ ਲੱਗੇ। ਆਨ ਸਮੀਪੰ ਗਿਰਾ ਉਚਾਰੀ, ਜਗਤ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਇਹ ਪੰਡੇ ਬੋਲੇ, ਖਿੱਝ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਕੋ ਹੈ ਤੂੰ ਕੈ ਥਲ ਤੇ ਆਇਓ। ਕਹਿਣ ਲੱਗਾ ਉਹ ਕੌਣ ਹੈ ਤੂੰ? ਜਿਹੜਾ ਵੱਡਾ ਪੰਡਾ ਸੀ ਨਾ ਉਹਨਾਂ ਦਾ, ਜਿਹਦਾ ਜ਼ਿਆਦਾ ਮੋਟਾ ਢਿੱਡ ਸੀ, ਜਿੰਨਾ ਮੋਟਾ ਢਿੱਡ ਓਨਾ ਹੀ ਮੋਟਾ ਪੰਡਾ ਕਿਹਾ ਜਾਂਦਾ ਸੀ। ਉਹ ਬੋਲਿਆ ਆ ਕੇ ਅੱਗੇ ਸਤਿਗੁਰਾਂ ਦੇ ਕੋਲ। ਅੱਖਾਂ ਨਹੀਂ ਸੀ ਨਿਕਲਦੀਆਂ ਉਹਦੀਆਂ ਬਾਹਰ, ਅੱਖਾਂ ਦੇ ਕੋਲ ਜਿਹੜੀਆਂ ਥੁੰਨੇ ਹੁੰਦੇ ਆ ਗੱਲਾਂ ਦੇ ਉੱਪਰਲੇ,
ਉਹ ਵੱਧ ਕੇ ਅੱਗੇ ਨੂੰ ਆਏ ਹੋਏ ਸੀ, ਨਿੱਕੀਆਂ ਨਿੱਕੀਆਂ ਅੱਖਾਂ ਦਿਸਦੀਆਂ ਸੀ। ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦਾ, ਮੋਟੇ ਮੋਟੇ ਬੁੱਲ ਸੀ ਪੰਡੇ ਦੇ, ਕਹਿੰਦਾ ਕੌਣ ਹੈ ਤੂੰ, ਕਿੱਥੋਂ ਆਇਆ ਚੱਲ ਕੇ? ਹੈ ਅਨਜਾਨ ਭੇਦ ਨੈ ਪਾਇਓ। ਉਹ ਤੂੰ ਅਣਜਾਣ ਹੈ, ਤੈਨੂੰ ਭੇਦ ਨਹੀਂ ਪਤਾ, ਸਾਡੇ ਮੰਦਿਰ ਦੀ ਮਰਿਆਦਾ ਦਾ ਨਹੀਂ ਪਤਾ, ਇਹ ਭਗਵਾਨ ਜਗਨਨਾਥ ਦਾ ਮੰਦਿਰ ਹੈ। ਸਬਨ ਆਰਤੀ ਖਰੇ ਉਤਾਰੀ। ਇੱਥੇ ਸਾਰਿਆਂ ਨੇ ਖਲੋ ਕੇ ਆਰਤੀ ਕੀਤੀ। ਆ ਵੇਖ, ਮੈਂ ਵੀ ਖੜਾ ਸੀ, ਮੈਂ ਇਹਨਾਂ ਵਿੱਚੋਂ ਸਾਰਿਆਂ ਚੋਂ ਵੱਡਾ ਪੰਡਾ ਹਾਂ। ਆ ਮੇਰੇ ਨਾਲ ਦੇ ਜਿੰਨੇ ਪੰਡਤ ਨੇ ਇਹ ਸਾਰੇ ਖੜੇ ਸਨ ਤੇ ਅਸੀਂ ਸਾਰਿਆਂ ਨੇ ਖੜੋ ਕੇ ਆਰਤੀ ਕੀਤੀ ਐ। ਤੂੰ ਬੈਠਿਓ ਰਹਿਓ ਏ ਬਾਰੀ। ਤੇ ਤੂੰ ਇੱਥੇ ਬੈਠਾ ਰਿਓ, ਤੂੰ ਕਿਉਂ ਨਹੀਂ ਉੱਠ ਕੇ ਖਲੋਤਾ? ਸਤਿਗੁਰੂ ਜੀ ਨੂੰ ਏਦਾਂ ਬੋਲ ਰਿਹਾ। ਤੂੰ ਤੜਾਕ ਕਰਕੇ ਪਾਤਸ਼ਾਹ ਨੂੰ ਬਚਨ ਕਹਿੰਦਾ ਸੀ, ਕਹਿੰਦਾ ਤੂੰ ਨਹੀਂ ਖਲੋਤਾ, ਤੂੰ ਸਾਡੇ ਨਾਲ ਖਲੋ ਕੇ ਆਰਤੀ ਕਿਉਂ ਨਹੀਂ ਕੀਤੀ, ਤੂੰ ਕਿਉਂ ਬੈਠਾ ਰਿਹਾ? ਜਗਨਨਾਥ ਕੋ ਭਾਉ ਨ ਕੀਨੋ। ਤੂੰ ਭਗਵਾਨ ਜਗਨਨਾਥ ਦਾ ਭਾਉ ਨਹੀਂ ਕੀਤਾ, ਭਗਵਾਨ ਜਗਨਨਾਥ ਦਾ ਪ੍ਰੇਮ ਨਹੀਂ, ਆਪਣੇ ਮਨ 'ਚ ਉਹਦਾ ਕੋਈ ਡਰ ਨਹੀਂ ਰੱਖਿਆ। ਉਠਿਓ ਨੈ ਤੈ ਛਿਨ ਕਿਆ ਤੈ ਚੀਨੋ। ਤੂੰ ਕਿਉਂ ਨਹੀਂ ਉੱਠਿਆ, ਸਾਡੇ ਨਾਲ ਆਰਤੀ ਕਿਉਂ ਨਹੀਂ ਕੀਤੀ ਖਲੋ ਕੇ? ਤੂੰ ਆਪਣੇ ਮਨ 'ਚ ਕੀ ਜਾਣ ਕੇ ਬੈਠਾ ਰਿਹਾ? ਤੇਰੇ ਮਨ 'ਚ ਕੀ ਮਤਾ ਸੀ, ਕੀ ਸੋਚਦਾ ਸੀ ਕਿ ਉੱਠ ਕੇ ਨਹੀਂ ਖਲੋਤਾ? ਸੁਨ ਕਰ ਜਗ ਗੁਰ ਬਚਨ ਬਖਾਨੇ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਨੇਤਰਾਂ ਵਿੱਚ ਮਸਤੀ ਹੈ, ਚਿਹਰੇ ਤੇ ਲਾਲੀ ਹੈ, ਕਿਸੇ ਪ੍ਰਕਾਰ ਦਾ ਭੈ ਨਹੀਂ। ਪੰਡੇ ਦੇ ਭਵੇਂ ਕਬੋਲ ਹੀ ਸਨ ਕੜਵੇ, ਸੁਣ ਕੇ ਮੇਰੇ ਪਾਤਸ਼ਾਹ ਦੇ ਚਿਹਰੇ ਤੇ ਕੋਈ ਸ਼ਿਕਨ ਨਹੀਂ ਸੀ, ਚਿਹਰਾ ਉਸੇ ਤਰ੍ਹਾਂ ਖਿੜਿਆ ਹੋਇਆ। ਗਰੀਬ ਨਵਾਜ ਪਾਤਸ਼ਾਹ, ਜਿਨ੍ਹਾਂ ਨੂੰ ਇੱਕ ਮਹਾਂਪੁਰਸ਼ ਨੇ ਲਿਖਿਆ, ਗੁਰੂ ਨਾਨਕ ਮਸਤੀ ਦਾ ਨਮਾਜੀ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਮਸਤੀ ਭਰੇ ਨੇਤਰਾਂ ਨਾਲ ਉਸ ਪੰਡੇ ਵੱਲ ਵੇਖਦੇ ਨੇ ਤੇ ਆਪਣੇ ਮੁਖੋਂ ਬੋਲਦੇ ਹਨ, ਸਦਾ ਆਰਤੀ ਹਮ ਪਹਿਚਾਨੇ। ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਇਹ ਆਰਤੀ ਕਰਕੇ ਤੁਸੀਂ ਭੋਗ ਪਾ ਦਿੱਤਾ ਹੈ, ਇਹ ਆਰਤੀ ਸਮਾਪਤ ਹੋ ਗਈ ਹੈ ਤੁਹਾਡੀ। ਇਹ 5-7 ਮਿੰਟਾਂ ਵਿੱਚ ਇਹ 10 'ਚ ਆਰਤੀ ਸਮਾਪਤ ਕਰ ਦਿੰਦੇ ਹੋ। ਅਸੀਂ ਜਿਸ ਆਰਤੀ ਵਿੱਚ ਆਪਣਾ ਧਿਆਨ ਜੋੜਿਆ ਹੋਇਆ ਹੈ, ਉਹ ਆਰਤੀ ਅੱਠੇ ਪੈਰ ਜੁਗਾਂ ਜੁਗਾਂਤਰਾਂ ਤੋਂ ਨਿਰੰਕਾਰ ਪਰਮੇਸ਼ਰ ਦੀ ਚਲਦੀ ਆ ਰਹੀ ਹੈ, ਚੱਲ ਰਹੀ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਚਲਦੀ ਰਹੇਗੀ। ਅਸੀਂ ਆਪਣਾ ਧਿਆਨ ਉਸ ਨਿਰੰਕਾਰ ਦੀ ਸदैवी ਆਰਤੀ ਵਿੱਚ ਲਾਇਆ ਹੋਇਆ ਹੈ। ਹਾਂਜੀ, ਸਰਵ ਸ਼ਿਰੋਮਣ ਜਸ ਪ੍ਰਭ ਊਚੇ। ਜੋ ਸਰਬ ਸ਼੍ਰੋਮਣੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ, ਜਿਸ ਦਾ ਜਸ, ਜਿਸ ਦੀ ਵਡਿਆਈ, ਜਿਸ ਦੀ ਸੋਭਾ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਉੱਚੀ ਸੋਭਾ ਹੈ। ਕਰੇ ਆਰਤੀ ਤਸ ਮਨ ਸੂਚੇ। ਕਹਿੰਦੇ ਉਹਦੀ ਆਰਤੀ ਸੁੱਚੇ ਮਨ ਵਾਲੇ ਕਰਦੇ ਹਨ, ਜਿਨ੍ਹਾਂ ਦੇ ਪਵਿੱਤਰ ਹੋਏ ਮਨ ਨੇ ਉਸ ਨਿਰੰਕਾਰ ਦੀ ਆਰਤੀ ਵਿੱਚ ਜੁੜਦੇ ਹਨ। ਅਲਪ ਆਰਤੀ ਕਿਆ ਤੁਮ ਕਰੋ। ਇਹ ਤਾਂ ਤੁਛ ਸਮੇਂ ਵਾਸਤੇ, ਥੋੜੇ ਜਿਹੇ ਸਮੇਂ ਲਈ ਤੁਸੀਂ ਆਰਤੀ ਕਰਦੇ ਹੋ। ਨਿਰੰਕਾਰ ਦੀ ਆਰਤੀ ਜਿਹਦੇ ਵਿੱਚ ਸਾਡਾ ਧਿਆਨ ਜੁੜਿਆ, ਜਿਹਦੇ ਵਿੱਚ ਸਾਡਾ ਮਤ ਜੁੜਿਆ ਹੋਇਆ, ਉਹ ਤਾਂ ਸदैवी ਹੋ ਰਹੀ ਹੈ। ਤੁਛ ਸੋਜ ਜਾ ਮੈਂ ਸ਼ੁਭ ਤਰੋ। ਆ ਛੋਟੀ ਜੀ ਆਰਤੀ ਤੁਸੀਂ ਕੀਤੀ ਹੈ, ਇਹਦੇ ਚ ਛੋਟੀਆਂ ਜੀਆਂ ਵਸਤੂਆਂ, ਨਿੱਕੇ ਜਿਹੇ ਫੁੱਲ 5-7 ਰੱਖੇ ਨੇ, ਨਿੱਕਾ ਜਿਹਾ ਇੱਕ ਦੀਵਾ ਤੁਸੀਂ ਬਾਲ ਕੇ ਰੱਖਿਆ ਹੋਇਆ, ਇਹ ਤੁਛ ਜੀ ਆਰਤੀ ਤੁਸੀਂ ਕਰ ਰਹੇ ਹੋ। ਮਨ ਨਿਰਮਲ ਕਰ ਨਹੀਂ ਟਿਕਾਵੋ। ਫਿਰ ਤੁਹਾਡਾ ਜੇ ਆਰਤੀ ਕਰ ਵੀ ਰਹੇ ਹੋ ਤੇ ਮਨ ਨਹੀਂ ਜੇ ਟਿਕੇ ਹੋਏ ਤੁਹਾਡੇ ਪੰਡਤ ਜੀ। ਪੰਡਾ ਜੀ, ਮਨ ਤਾਂ ਤੁਹਾਡਾ ਸੋਚੀ ਜਾਂਦਾ ਸੀ ਸੱਜੇ ਖੱਬੇ ਕੋਈ ਜਜਮਾਨ ਆਵੇ ਮੋਟਾ ਜਿਹਾ, ਜਿਹੋ ਜਿਹਾ ਤੂੰ ਆਪ ਮੋਟਾ ਜਿਹਾ, ਉਹੋ ਜਿਹਾ ਮੋਟਾ ਜਿਹਾ ਜਜਮਾਨ ਭਾਲਦਾ ਵੀ ਕੋਈ ਚੰਗਾ ਜਜਮਾਨ ਆਵੇ, ਉਹਦੇ ਕੋਲੋਂ ਦਾਨ ਦਕਸ਼ਣਾ ਲਈਏ। ਮਨ ਤਾਂ ਤੇਰਾ ਉਧਰ ਫਿਰਦਾ ਤੇ ਆਰਤੀ ਤੂੰ ਸਰੀਰ ਨਾਲ ਇੱਥੇ ਕਰਦਾ ਹੈ। ਤੋ ਅਭਿਮਤ ਕਿਆ ਫਲ ਤੁਮ ਪਾਵੋ। ਦੱਸੋ ਸਿਆਣੀ ਮਤ ਵਾਲਿਆ, ਕੁਝ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ ਪੰਡਤ ਜੀ, ਇਦਾਂ ਦੀ ਆਰਤੀ ਕਰਕੇ ਤੁਹਾਨੂੰ ਕੀ ਪ੍ਰਾਪਤ ਹੋਣਾ ਹੈ। ਜੇ ਮਨ ਹੀ ਨਹੀਂ ਤੁਹਾਡੇ ਇੱਥੇ ਟਿਕੇ, ਫਿਰ ਇਹ ਤੁੱਛ ਜੀ ਆਰਤੀ ਹੈ, ਵਿਆਪਕ ਨਹੀਂ ਹੈ। ਫਿਰ ਜਿਹੜੀ ਆਰਤੀ ਕਰ ਰਹੇ ਉਹਦੇ ਵਿੱਚ ਵੀ ਤੁਹਾਡਾ ਮਨ ਨਹੀਂ ਟਿਕਿਆ ਹੋਇਆ, ਦੱਸੋ ਫਿਰ ਅਸੀਂ ਆਰਤੀ ਕੀਤਿਆਂ। ਪੰਡੇ ਕੈ ਆਰਤੀ ਕੈਸੀ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਿ ਅਸੀਂ
ਕਹਿਣ ਲੱਗਾ ਅੱਗੋਂ ਪੰਡਤ, ਕਹਿੰਦਾ ਜੀ ਉਹ ਕੈਸੀ ਆਰਤੀ ਹੈ ਜਿਹੜੀ ਤੁਸੀਂ ਕਰ ਰਹੇ ਹੋ? ਨਿਤ ਪ੍ਰਤ ਕਰਤ ਰਹੋ ਕਉ ਤੈਸੀ। ਕਿਹੜੀ ਆਰਤੀ ਹੈ ਜਿਹੜੀ ਨਿਤਾ ਪ੍ਰਤੀ ਤੁਸੀਂ ਕਰ ਰਹੇ ਹੋ, ਜਿਹੜੀ ਵਿਆਪਕ ਦੱਸਦੇ ਹੋ? ਤਿਨ ਤੇ ਸੁਨ ਕੇ ਕਿਰਪਾ ਨਿਦਾਨਾ। ਕਿਰਪਾ ਦੇ ਖਜ਼ਾਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹਨਾਂ ਦੇ ਪਾਸੋਂ ਸੁਣਿਆ, ਸੁਣ ਕੇ ਪਾਤਸ਼ਾਹ ਜੀ ਬੋਲੇ, ਸ਼ਬਦ ਆਰਤੀ ਪਵਿੱਤਰ ਪਾਵਨ ਸ਼ਬਦ ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਇਹ ਐਸਾ ਪਾਵਨ ਸ਼ਬਦ ਹੈ ਜਿਹੜਾ ਪੂਰੇ ਸੰਸਾਰ ਨੂੰ, ਪੂਰੇ ਵਿਸ਼ਵ ਨੂੰ ਆਪਣੇ ਕਲਾਵੇਂ 'ਚ ਲੈ ਲੈਂਦਾ ਹੈ। ਰਵਿੰਦਰਨਾਥ ਟੈਗੋਰ ਨੂੰ ਕਿਸੇ ਸੱਜਣ ਪੁਰਸ਼ ਨੇ ਕਿਹਾ, ਟੈਗੋਰ ਸਾਹਿਬ ਤੁਸੀਂ ਰਾਸ਼ਟਰੀ ਗੀਤ ਲਿਖ ਦਿੱਤਾ ਹੈ, ਕਿ ਹੁਣ ਤੁਹਾਡੇ ਮਨ 'ਚ ਕੋਈ ਐਸਾ ਸੰਕਲਪ ਹੈ ਕਿ ਤੁਸੀਂ ਪੂਰੇ ਵਿਸ਼ਵ ਦਾ ਵੀ ਕੋਈ ਗੀਤ ਲਿਖੋ? ਰਾਸ਼ਟਰੀ ਗੀਤ, ਰਾਸ਼ਟਰੀ ਗਾਨ ਤੁਸੀਂ ਲਿਖ ਦਿੱਤਾ ਹੈ, ਤੇ ਕੀ ਹੁਣ ਤੁਹਾਡੇ ਮਨ 'ਚ ਇਹ ਖਿਆਲ ਨਹੀਂ ਆਉਂਦਾ ਕਿ ਇੱਕ ਰਾਸ਼ਟਰ ਨੂੰ ਤਾਂ ਤੁਸੀਂ ਸਾਰੇ ਨੂੰ ਪਰੋ ਦਿੱਤਾ ਹੈ ਆਪਣੇ ਗੀਤ ਵਿੱਚ, ਕਿ ਪੂਰੇ ਵਿਸ਼ਵ ਨੂੰ, ਪੂਰੇ ਸੰਸਾਰ ਨੂੰ ਆਪਣੇ ਗੀਤ ਵਿੱਚ ਪਰੋਵੋ? ਹਿੰਦੁਸਤਾਨ ਦਾ ਪ੍ਰਸਿੱਧ ਦਾਰਸ਼ਨਿਕ ਰਵਿੰਦਰਨਾਥ ਟੈਗੋਰ ਬੋਲਿਆ, ਕਹਿਣ ਲੱਗਾ, ਜਿਹੜਾ ਗੀਤ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਰਤੀ ਦੇ ਰੂਪ ਵਿੱਚ ਗਾਇਨ ਕਰ ਦਿੱਤਾ ਹੈ, ਉਸ ਗੀਤ ਨੇ ਪੂਰੇ ਵਿਸ਼ਵ ਭਰ ਨੂੰ ਆਪਣੇ 'ਚ ਸਮੋ ਲਿਆ ਹੈ। ਉਹਦੇ ਤੋਂ ਉੱਤਮ ਲਫ਼ਜ਼, ਉਹਦੇ ਤੋਂ ਉੱਤਮ ਸ਼ਬਦ, ਉਹਦੇ ਤੋਂ ਉੱਤਮ ਗੀਤ ਹੁਣ ਕਿਸੇ ਹੋਰ ਦੇ ਹਿਰਦੇ ਵਿੱਚ ਨਹੀਂ ਉਪਜ ਸਕਦਾ। ਸਤਿ ਸ੍ਰੀ ਅਕਾਲ। ਜਿਹੜਾ ਗੀਤ ਆਰਤੀ ਦੇ ਰੂਪ ਵਿੱਚ ਉਹਨਾਂ ਨੇ ਗਾ ਦਿੱਤਾ ਹੈ, ਹੁਣ ਉਹਦੇ ਤੋਂ ਬਾਅਦ, ਉਸ ਸ਼ਬਦ ਤੋਂ ਬਾਅਦ ਹੁਣ ਕਿਸੇ ਦੂਸਰੇ ਸ਼ਬਦ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ। ਇਹ ਪਾਵਨ ਸ਼ਬਦ ਜਗਨਨਾਥਪੁਰੀ ਵਿੱਚ ਬੈਠਿਆਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਸ ਵਕਤ ਉਹਨਾਂ ਪੰਡਿਆਂ ਨੂੰ ਉਪਦੇਸ਼ ਦਿੰਦਿਆਂ, ਪੂਰੇ ਸੰਸਾਰ ਭਰ ਨੂੰ ਜੀਵਾਂ ਨੂੰ ਉਪਦੇਸ਼ ਦਿੰਦਿਆਂ ਆਪਣੀ ਰਸਨਾ ਤੋਂ ਉਚਾਰਨ ਕੀਤਾ। ਸਰਵਣ ਕਰੋ ਜੀ। ਤਨਾਸਰੀ ਮਹੱਲਾ ਪਹਿਲਾ। ਆਰਤੀ ਇਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਆਰਤੀ, ਆਰਤੀ ਦਾ ਸ਼ਬਦ ਹੈ। ਆਰਤੀ ਦੇ ਅਰਥ ਮਹਾਂਪੁਰਸ਼ ਕਰਦੇ ਹੈ, ਆ ਕੇ ਮੈਂ ਤੇਰੇ ਪਿਆਰ ਦੇ ਰੰਗ ਵਿੱਚ ਰੱਤੀ ਗਈ। ਜੋ ਪ੍ਰੇਮ ਵਿੱਚ ਆ ਕੇ ਆਰਤੀ ਦਾ ਆਰਤ ਹੋ ਕੇ, ਵਿਆਕੁਲ ਹੋ ਕੇ, ਮਹਾਰਾਜ ਅਸੀਂ ਜਨਮ ਮਰਨ ਦੇ ਦੁੱਖ ਕਰਕੇ ਦੁਖੀ ਹਾਂ, ਤੇਰੀ ਆਰਤੀ ਗਾਉਂਦੇ ਹਾਂ, ਕਿਰਪਾ ਕਰੋ ਸਾਡਾ ਇਹ ਦੁੱਖ ਦੂਰ ਕਰ ਦਿਓ, ਸਾਡਾ ਇਹ ਦੁੱਖ ਨਿਵਾਰ ਦਿਓ, ਸਾਡੇ ਇਸ ਦੁੱਖ ਦੀ ਨਿਰਵਿਰਤੀ ਕਰ ਦਿਓ। ਤੇ ਭਗਤ ਧੰਨਾ ਜੀ ਮਹਾਰਾਜ ਜੀ ਇੱਕ ਦਿਨ ਮੌਜ ਵਿੱਚ ਆਏ। ਉਹਨਾਂ ਆਖਿਆ, ਮਹਾਰਾਜ ਆਰਤੀ ਸਾਰੀ ਦੁਨੀਆ ਕਰਦੀ ਹੈ, ਮੈਂ ਆ ਤੇਰਾ ਸਿੱਧਾ ਸਾਦਾ ਸੇਵਕ, ਜ਼ਿਮੀਂਦਾਰ ਭਾਈ। ਹੇ ਵਾਹਿਗੁਰੂ, ਮੈਨੂੰ ਆਰਤੀ ਤਾਂ ਨਹੀਂ ਆਉਂਦੀ, ਮੇਰਾ ਆਰਤਾ ਹੀ ਪ੍ਰਵਾਨ ਕਰੀ, ਮੇਰਾ ਆਰਤਾ ਤੇਰਾ, ਗੋਪਾਲ ਤੇਰਾ ਆਰਤਾ। ਭਗਤ ਧੰਨਾ ਜੀ ਦਾ ਵੀ ਜਨਮ ਦਿਹਾੜਾ 21 ਅਪ੍ਰੈਲ ਨੂੰ ਹੀ, ਜਿਸ ਦਿਨ ਸਤਿਗੁਰੂ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਉਸੇ ਦਿਨ ਹੀ ਆ ਰਿਹਾ ਹੈ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਮਹਾਰਾਜ ਮੈਂ ਸਿੱਧਾ ਸਾਦਾ ਬੰਦਾ, ਇਉਂ ਲੱਗਦਾ ਹੈ ਵੀ ਰੱਬ ਭੋਲੇ ਭਾਲਿਆਂ ਨੂੰ ਮਿਲਦਾ। ਕੋਈ ਆਖੇ ਵੀ ਜਿਹੜੇ ਭਗਤ ਧੰਨਾ ਜੀ ਵਾਂਗੂ ਭੋਲੇ ਭਾਲੇ ਰੱਬ ਉਹਨਾਂ ਨੂੰ ਮਿਲਦਾ। ਮੈਂ ਇਸ ਤਰ੍ਹਾਂ ਸੋਚਦਾ ਹਾਂ ਵੀ ਜਿਹੜੇ ਭਗਤ ਧੰਨਾ ਜੀ ਵਾਂਗੂ ਭੋਲੇ ਭਾਲੇ ਨੇ, ਅਸਲ ਵਿੱਚ ਉਹੀ ਰੱਬ ਨੇ। ਇਦਾਂ ਵੀ ਕਹਿ ਸਕਦੇ ਆ ਨਾ ਵੀ ਰੱਬ ਉਹਨਾਂ ਨੂੰ ਮਿਲਦਾ ਜਿਹੜੇ ਭੋਲੇ ਭਾਏ ਮਿਲੇ ਰਘੁਰਾਇਆ, ਜਾਂ ਫਿਰ ਜਿਹੜੇ ਭੋਲੇ ਭਾਲੇ ਨੇ ਉਹੀ ਰੱਬ ਨੇ। ਭਗਤ ਧੰਨਾ ਜੀ ਵਾਂਗੂ ਉਹ ਰੱਬ ਦਾ ਹੀ ਰੂਪ ਹੋ ਗਏ ਨੇ। ਉਹ ਕਹਿੰਦੇ ਸਾਡਾ ਆਰਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਰਤੀ ਉਚਾਰਦੇ ਨੇ, ਮੰਗਲਾਚਰਨ ਕਰਦੇ ਹਨ। ਇੱਕ ਅਦੁੱਤੀ
जिस वर्गा कोई दूजा नहीं। एक एक दा मतलब इत्थे गिणती दा एका नहीं है। गिणती दे एक तो बाद दो आवेगा, तीन आवेगा। ये वो एक है जिस एक तो बाद भी कुछ नहीं। ये वो एक है जिस एक तो पहला भी कुछ नहीं है। संज्ञावाचक एक, अद्विती, जिस वर्गा कोई दूजा नहीं है। गुरु बाबा जी दे अमृत बोल ने धन गुरु नानक साहब एक दी व्याख्या करते हैं, एक अखर दी व्याख्या करते, कांग दी व्याख्या करते हैं। राग सूही विच पातशाह फरमाउंदे है, कहंदे कह कहे कह जावह तुम सारे अवर न कोई। बड़े ने जेड़े पहला कह के गए ने, बड़े ने जेड़े हुण कह रहे ने, बड़े होणगे कथाकार ज्ञानी जेड़े आउण वाले समय विच भी कहणगे कि हे अकाल पुरख जीओ तुहाडे वर्गा कोई दूजा नहीं है। ओनू कहंदे आ एक, तुद बिन दूजा नाही कोए। एक दी व्याख्या, तुद बिन दूजा नाही कोए, तू करतार करह सो होए। तेरा जोर तेरी मन टेक, सदा सदा जप तू एक है। जिस वर्गा कोई दूजा नहीं। अद्विती, जिस दा ना सजाती भेद है, ना विजाती है, ना सबगत है। एक गुरु बाबा जी वर्गा परमेश्वर दी तां बनाई एक चीज वर्गी दूजी नहीं है। आखो सतनाम श्री वाहिगुरू। परमेश्वर दे बनाए जीव एक वर्गे दूजे नहीं हैं। एक वर्गा दूजा रब ने पैदा ही नहीं कीता, ते रब वर्गा दूजा कौन हो सकता भला। ओदी बनाई प्रकृति विच एक वर्गा दूजा नहीं लभदा। एक नदी वर्गी दूजी नदी नहीं, एक दरख्त वर्गा दूजा दरख्त नहीं। इक्को जाति दे मनुख ने, ते मनुखां दीयां शकलां रूप रंग चैन वर्ण सुभाव वो भी वखरे वखरे बनाए हुए हैं। ते अकाल पुरख वाहिगुरू पार ब्रह्म परमेश्वर ਉਹਦੇ ਵਰਗਾ ਕਿਵੇਂ ਕੋਈ ਦੂਜਾ ਹੋ ਸਕਦਾ। ਇੱਕ ਓੰਕਾਰ। ਓੰਕਾਰ ਦਾ ਮਤਲਬ ਹੈ ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਸਭ ਦੀ ਰੱਖਿਆ ਕਰਨ ਵਾਲਾ ਹੈ, ਜੋ ਸਾਰੇ ਸੰਸਾਰ ਦਾ ਬੀਜ ਹੈ। ਕੋਈ ਪੁੱਛੇ ਸੰਸਾਰ ਦਾ ਬੀਜ ਕੀ ਹੈ? ਜਿੱਥੋਂ ਸੰਸਾਰ ਪੈਦਾ ਹੋਇਆ, संसार दा बीज है ओंकार। इसे बीज तो संसार की उत्पत्ति हुई है। ओंकार ब्रह्मा उत्पत, ओंकार किया जिन चित, ओंकार सैल जुग भये, ओंकार वेद निर्मय। सब कुछ ओंकार तो पैदा होया। ओंकार सब दा बीज है। किवें मिलदा है जी? ऐसा रब मिलदा किवें है? ते पातशाह जी सारा सिद्धांत इसे च परो के कह देंदे आ, सतगुर प्रसाद। सतगुरु दी किरपा द्वारा, सत दा उपदेश देण वाले गुरु दी रहमत द्वारा इस पार ब्रह्म परमेश्वर दे स्वरूप दी प्राप्ति हुंदी है। ये मंगलाचरण करके महाराज जी शब्द दी प्रारंभता करते हैं। गगन में थाल रव चंद दीपक बने, तारका मंडल जनक मोती। गगन में थाल रव चंद दीपक। कैसी सुंदर आरती जदों रागी सिंह गायन करते हैं शब्द संध्या समय राज साहब की समाप्ति तो बाद ਇਹ ਜਾਪਦਾ ਵੀ ਅੰਮ੍ਰਿਤ ਸੱਚਖੰਡ ਤੋਂ ਹੀ ਚੋ ਰਿਹਾ ਹੈ। ਅੰਮ੍ਰਿਤ ਦੀਆਂ ਬੂੰਦਾਂ ਨੇ ਪਾਵਨ ਬਾਣੀ। गगन में थाल रव चंद दीपक बने। गगनमई थाल है। मैं दा मतलब इत्थे है मई, यानी कि आकाश नूं थाल समझो। ये जिहड़ा आकाश है थाल है आरती दा। आरती विच थाल सजाउंदे आ ना, ਉਹਦੇ ਚ ਦੀਵਾ जगाउंदे आ, ਉਹਦੇ ਚ मोती रखदे आ, ਉਹਦੇ ਚ फुल आदक रखदे आ। महाराज जी कहंदे आ जिहड़ा आकाश है खुला आकाश, ये थाल है, ये गगनमयी थाल है। रव चंद दीपक बने।
ਦਿਨ ਵੇਲੇ ਇਸ ਥਾਲ ਵਿੱਚ ਚਮਕਣ ਵਾਲਾ ਦੀਵਾ ਉਹ ਹੈ ਰਵੀ, ਸੂਰਜ। ਇਹ ਦਿਨ ਸਮੇਂ ਜਗ ਰਿਹਾ, ਤੇ ਰਾਤਰੀ ਸਮੇਂ ਚਮਕਣੇ ਵਾਲਾ ਦੀਵਾ ਹੈ ਚੰਦਰਮਾ। ਇਹ ਦੋ ਦੀਵੇ ਨੇ ਇਸ ਥਾਲ ਦੇ ਵਿੱਚ ਜਿਹੜੇ ਲਗਾਤਾਰ ਜਗ ਰਹੇ ਨੇ। ਦੋਏ ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਬਣ ਜਾ ਰੇ। ਮਹਾਰਾਜ ਜੀ ਨੇ ਦੀਵੇ ਹੀ ਲਿਖਿਆ ਦੋਵੇਂ, ਸੂਰਜ ਵੀ ਦੀਵਾ, ਚੰਦਰਮਾ ਵੀ ਦੀਵਾ ਹੈ। ਇਹ ਦੋ ਨੇ ਦੀਵੇ। ਤਾਰਕਾ ਮੰਡਲ ਜਨਕ, ਜਿੰਨੇ ਮੰਡਲ ਵਿੱਚ ਤਾਰਿਆਂ ਦਾ ਮੰਡਲ ਹੈ, ਸਮੁਦਾਇ ਹੈ, ਇਹ ਵਿੱਚ ਕੀਮਤੀ ਪ੍ਰਤੱਖ ਮੋਤੀ ਪਾਏ ਹੋਏ ਨੇ ਥਾਲ ਦੇ ਵਿੱਚ ਆਰਤੀ ਦੇ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਫਿਰ ਆਰਤੀ ਦੇ ਨਾਲ ਧੂਪ ਦਿਖਾਉਂਦੇ ਐ। ਮਹਾਰਾਜ ਜੀ ਕਹਿੰਦੇ ਜਿਹੜਾ ਇਹ ਮਲਿਆਨ ਲੋ ਨਾਮਕ ਪਹਾੜ ਹੈ ਜਿਹਦੇ ਚ ਸੁਗੰਧੀ ਪੈਦਾ ਹੁੰਦੀ ਹੈ, ਕਹਿੰਦੇ ਉਹ ਮਾਨੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਆਰਤੀ ਦੇ ਥਾਲ ਦੇ ਵਿੱਚ ਧੂਪ ਧੁਖ ਰਹੀ ਹੈ, ਜਿਹਦੇ ਚ ਹਮੇਸ਼ਾ ਹੀ ਸੁਗੰਧੀ ਪੈਦਾ ਹੋ ਰਹੀ। ਪਵਨ ਚਵਰੋ ਕਰੇ, ਪਵਨ ਹਵਾ ਇਹ ਚਵਰ ਕਰਦੀ ਹੈ। ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਚਵਰ ਝੁਲਾ ਰਹੀ ਹੈ ਪਵਨ। ਇੱਕ ਸਮਾਂ ਐਸਾ ਆਇਆ, ਸ਼ੰਕਾਵਾਦੀਆਂ ਨੇ ਸ਼ੰਕਾ ਕੀਤਾ, ਆਖੇ ਜੀ ਜੇ ਹਵਾ ਹੀ ਚਵਰ ਕਰ ਰਹੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਤੇ ਚਵਰ ਕਿਉਂ ਕਰੀਏ। ਉਹਨਾਂ ਨੇ ਕੁਝ ਸਮੇਂ ਲਈ ਦਰਬਾਰ ਸਾਹਿਬ ਵੀ ਚਵਰ ਚਲਾਣਾ ਬੰਦ ਕਰ ਦਿੱਤਾ। ਇੱਕ ਮਹਾਂਪੁਰਸ਼ ਹੋਏ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਮਹਾਂਪੁਰਸ਼ਾਂ ਨੇ ਆਖਿਆ ਇਹ ਕੀ ਕੀਤਾ ਤੁਸੀਂ। ਉਹਨਾਂ ਫਿਰ ਆਪ ਚਬਰ ਸਾਹਿਬ ਚਲਾਇਆ ਕਿ ਸਰਗੁਣ ਸਰੂਪ ਵਿੱਚ ਅਸੀਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਆ। ਤੇ ਜੇ ਚਵਰ ਛਤਰ ਤਖਤ ਦਾ ਮਾਲਕ ਕਹਿੰਦੇ ਆ ਤੇ ਫਿਰ ਚਵਰ ਹੋਣਾ ਜ਼ਰੂਰੀ ਹੈ ਨਾ। ਸ਼ੰਕਾਵਾਦੀ ਤਾਂ ਸ਼ੰਕਾ ਕਰਦੇ, ਉਹ ਨਿਰਮੂਲ ਸ਼ੰਕੇ ਨੇ। ਹਾਂ, ਨਿਰਾਕਾਰ ਸਵਰੂਪ ਵਿੱਚ ਅਕਾਲ ਪੁਰਖ ਦੀ ਆਰਤੀ ਹੋ ਰਹੀ ਹੈ ਤੇ ਪਵਨ ਚਵਰੋ ਕਰ ਰਹੀ ਹੈ। ਉਹ ਨਿਰਾਕਾਰ ਸਵਰੂਪ ਹੈ ਅਕਾਲ ਪੁਰਖ ਵਾਹਿਗੁਰੂ ਵਿਧਾਤੇ ਦਾ, ਪਰਮੇਸ਼ਰ ਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਕਾਰ ਰੂਪ ਕਰਕੇ ਪੂਜਦੇ ਹਾਂ, ਸਨਮੁਖ ਨਮਸਕਾਰ ਕਰ ਰਹੇ ਹਾਂ। ਖੈਰ, ਕਹਿੰਦੇ ਜਿਹੜੀ ਆ ਚੱਲ ਰਹੀ ਪਵਨ ਹਵਾ ਹੈ ਇਹ ਚਵਰ ਚਲਾਉਂਦੀ ਹੈ। ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਜਿਤਨੀ ਬਨਸਪਤੀ ਖਿੜੀ ਹੋਈ ਹੈ ਇਹ ਸਾਰੇ ਫੁੱਲ ਨੇ ਇਸ ਆਰਤੀ ਦੇ ਥਾਲ ਵਿੱਚ। ਅਕਾਲ ਪੁਰਖ ਦੀ ਆਰਤੀ ਦਾ ਜਿਹੜਾ ਥਾਲ ਹੈ ਨਾ, ਆਕਾਸ਼, ਇਹਦੇ 'ਚ ਖਿੜੀ ਹੋਈ ਜਿੰਨੀ ਬਨਸਪਤੀ ਹੈ ਇਹ ਸਾਰੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਥਾਲ ਦੇ ਵਿੱਚ ਫੁੱਲ ਨੇ। ਇੱਕ ਵਿਦਵਾਨ ਲਿਖਦਾ ਹੈ, ਉਹ ਕਹਿੰਦਾ ਹੈ ਅਕਾਲ ਪੁਰਖ ਮੇਰੇ ਵੱਲੋਂ ਇਹ ਪੂਰੇ ਸੰਸਾਰ ਭਰ ਵਿੱਚ ਬਨਸਪਤੀ ਵਿੱਚ ਜਿਤਨੇ ਵੀ ਖਿੜੇ ਹੋਏ ਫੁੱਲ ਨੇ ਮੈਂ ਕੱਲਾ ਕੱਲਾ ਨਹੀਂ ਤੋੜ ਸਕਦਾ। ਜਿੱਥੇ ਜਿੱਥੇ ਲੱਗੇ ਨੇ, ਜਿੱਥੇ ਜਿੱਥੇ ਖਿੜੇ ਨੇ, ਜਿੱਥੇ ਜਿੱਥੇ ਸੁਗੰਧੀ ਖਿਲਾਰ ਰਹੇ ਨੇ, ਮੇਰੇ ਵੱਲੋਂ ਇਸੇ ਤਰ੍ਹਾਂ ਬਣੇ ਬਣਾਏ ਆਪਣੇ ਚਰਨਾਂ 'ਚ ਪ੍ਰਵਾਨ ਕਰੋ। ਮੇਰੇ ਵੱਲੋਂ ਇਹ ਸਾਰੇ ਬਣੇ ਬਣਾਏ ਜਿੱਥੇ ਜਿੱਥੇ ਖਿੜੇ ਨੇ, ਜਿਵੇਂ ਜਿਵੇਂ ਖਿੜੇ ਨੇ, ਇਹ ਸਾਰੇ ਬਣੇ ਬਣਾਏ ਹੀ ਆਪਣੇ ਚਰਨਾਂ 'ਚ ਪ੍ਰਵਾਨ ਕਰੋ। ਇਹ ਸਾਰੇ ਉਸ ਨਿਰੰਕਾਰ ਪਰਮੇਸ਼ਰ ਦੀ ਆਰਤੀ ਦੇ ਥਾਲ ਵਿੱਚ ਪਏ ਹੋਏ ਫੁੱਲ ਹਨ। ਕੈਸੀ ਆਰਤੀ ਓਏ ਭਵ ਖੰਡਨਾ ਤੇਰੀ ਆਰਤੀ। ਆਪਾਂ ਕਹਿ ਨਹੀਂ ਦਿੰਦੇ ਵਾਹ ਕੈਸਾ ਅਦਭੁਤ, ਕੋਈ ਚੀਜ਼ ਵੇਖ ਲਈਏ ਨਾ, ਵਾਹ ਕੈਸੀ ਵਸਤੂ ਹੈ, ਉਹਦਾ ਮਤਲਬ ਇਹ ਹੁੰਦਾ ਵੀ ਅਸਚਰਜਤਾ 'ਚ ਕਹਿ ਰਹੇ। ਅਸਚਰਜਤਾ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਆਹ ਕੈਸੀ ਆਰਤੀ, ਆਹ ਕੈਸੀ ਅਸਚਰਜ ਆਰਤੀ। ਹੇ ਭਵ ਖੰਡਨ, ਹੇ ਜਨਮ ਮਰਨ ਨੂੰ ਕੱਟਣ ਵਾਲੇ ਸੁਆਮੀ। ਭਵ ਖੰਡਨ ਦਾ ਮਤਲਬ ਹੁੰਦਾ ਜਨਮ ਮਰਨ ਨੂੰ ਕੱਟਣ ਵਾਲਾ। ਹੇ ਜਨਮ ਮਰਨ ਨੂੰ ਕੱਟਣ ਵਾਲੇ ਸੁਆਮੀ, ਤੇਰੀ ਆਰਤੀ ਕੈਸੀ ਹੈ, ਅਦਭੁਤ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੈ ਭਵ ਖੰਡਨ ਸੁਆਮੀ, ਤੇਰੀ ਆਰਤੀ ਕੈਸੀ ਹੈ, ਕੈਸੀ ਅਸਚਰਜ ਹੈ। ਵਿਸਮਾਦ ਹੈ ਮਹਾਰਾਜ, ਅਸਚਰਜ ਹੈ। ਹਾਂਜੀ,
ਅਨਹਤਾ ਸ਼ਬਦ ਵਾਜੰਤ ਭੇਰੀ। हे ਵਾਹਿਗੁਰੂ, ਤੇਰਾ ਜਿਹੜਾ ਅਨਹਦ ਨਾਦ ਵੱਜ ਰਿਹਾ ਨਾ ਪੂਰੇ ਸੰਸਾਰ ਵਿੱਚ, ਓੰਕਾਰ ਆਕਾਸ਼ ਗੰਗਾ ਵਿੱਚ ਇਹ ਅਨਹਦ ਨਾਦ ਅਕਾਲ ਪੁਰਖ ਦਾ ਵੱਜ ਰਿਹਾ ਹੈ। ਇਹ ਭੇਰੀਆਂ ਨੇ ਜਿਹੜੀਆਂ ਤੇਰੇ ਦਰ ਤੇ ਵੱਜ ਰਹੀਆਂ ਨੇ। ਜਿਵੇਂ ਭੇਰੀਆਂ ਵੱਜਦੀਆਂ ਨੇ ਨਾ ਆਰਤੀ ਵਿੱਚ, ਟੱਲ ਖੜਕਦੇ ਆ, ਭੇਰੀਆਂ ਵੱਜਦੀਆਂ, ਰਣ ਸਿੰਘੇ ਵੱਜਦੇ ਆ, ਸ਼ੰਖ ਵੱਜਦੇ ਆ। ਹੇ ਵਾਹਿਗੁਰੂ, ਇਹ ਜਿਹੜਾ ਅਨਹਦ ਨਾਦ ਤੇਰੇ ਦਰਾਂ ਤੇ ਗੂੰਜ ਰਿਹਾ ਹੈ, ਇੱਕ ਰਸ ਲਗਾਤਾਰ ਬਿਨਾਂ ਵਜਾਇਆ ਵੱਜ ਰਿਹਾ ਹੈ, ਇਹ ਭੇਰੀਆਂ ਹਨ ਤੇਰੇ ਦਰ ਤੇ ਵੱਜਣ ਵਾਲੀਆਂ। ਰਹਾਉ ਸੈਸ ਤਵ ਨੈਣ ਨਨ ਨੈਣ ਹੈ ਤੋਏ ਕੋ। ਹੇ ਵਾਹਿਗੁਰੂ, ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ ਜਦੋਂ ਤੂੰ ਸਕਾਰ ਰੂਪ ਧਾਰਨ ਕਰਕੇ ਵਿਚਰਦਾ ਸੰਸਾਰ 'ਚ। ਆ ਜਿੰਨੇ ਜੀਵ ਨੇ ਇਹ ਤੇਰਾ ਹੀ ਸਕਾਰ ਰੂਪ ਹੈ। ਨਿਰਾਕਾਰ ਨੇ ਆਕਾਰ ਬਣਾਇਆ ਸਾਰੇ ਸੰਸਾਰ ਵਿੱਚ। ਸਕਾਰ ਰੂਪ ਵਿੱਚ ਵੇਖੀਏ ਤੇ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ। ਸਹਿਸ ਤਵ ਨੈਣ, ਸਹਿਸ ਕਹਿੰਦੇ ਹਜ਼ਾਰਾਂ ਨੂੰ, ਹਜ਼ਾਰਾਂ ਹੀ ਅੱਖਾਂ ਨੇ। ਨੈਣ ਨਨ ਨੈਣ ਹੈ ਤੋਹੇ ਕੋ। ਤੇ ਜਦੋਂ ਨਿਰਾਕਾਰ ਰੂਪ ਵਿੱਚ ਵੇਖੀਏ ਤੇ ਇੱਕ ਵੀ ਅੱਖ ਨਹੀਂ ਤੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰਗੁਣ ਰੂਪ 'ਚ ਵੇਖੀਏ ਤੇ ਹਜ਼ਾਰਾਂ ਹੀ ਅੱਖਾਂ ਨੇ ਤੇਰੀਆਂ। ਆ ਜਿੰਨੇ ਜੀਵਾਂ ਦੇ ਨੇਤਰ ਨੇ ਤੇਰੇ ਹੀ ਨੇ ਵਾਹਿਗੁਰੂ। ਇਹਨਾਂ ਦੀਆਂ ਅੱਖੀ ਅੰਦਰ ਵੇਖਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਖੀ ਅੰਦਰ ਵੇਖਦਾ। ਅੱਖਾਂ ਦੇ ਵਿੱਚ ਤੂੰ ਹੀ ਵੇਖਣ ਵਾਲਾ, ਸਾਰਿਆਂ ਦੇ ਨੇਤਰਾਂ 'ਚ ਤੂੰ ਹੀ ਵੇਖ ਰਿਹਾ। ਇਹ ਹਜ਼ਾਰਾਂ ਅੱਖਾਂ ਤੇਰੀਆਂ ਨੇ। ਪਰ ਜਦੋਂ ਤੇਰਾ ਨਿਰਾਕਾਰ ਸਰੂਪ ਵੇਖੀਏ, ਜਿਹਨੂੰ ਨਿਰਗੁਣ ਸਰੂਪ ਕਹਿੰਦੇ ਆ, ਉਸ ਸਰੂਪ ਵਿੱਚ ਹੈ ਵਾਹਿਗੁਰੂ ਤੇਰੀ ਇੱਕ ਵੀ ਅੱਖ ਨਹੀਂ ਹੈ। ਸਹਿਸ ਮੂਰਤ ਨਨਾ ਏਕ ਤੋਹੀ। ਹੇ ਵਾਹਿਗੁਰੂ, ਵੇਖੀਏ ਤਾਂ ਇਹ ਸਾਰੇ ਸੰਸਾਰ ਦੇ ਵਿੱਚ ਜਿਤਨੀਆਂ ਮੂਰਤਾਂ ਨੇ, ਹਜ਼ਾਰਾਂ ਹੀ ਤੇਰੀਆਂ ਮੂਰਤਾਂ ਨੇ। ਇਹ ਸਭ ਤੇਰੀਆਂ ਹੀ ਮੂਰਤਾਂ ਨੇ। ਇਹ ਸਭ ਤੂੰ ਹੀ ਬਣਿਆ ਹੋਇਆ, ਤੂੰ ਹੀ ਆਪਣਾ ਆਪ ਬਣਾਇਆ ਹੋਇਆ। ਤੂੰ ਹੀ ਕਿਹਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ। ਇਹ ਹਜ਼ਾਰਾਂ ਮੂਰਤਾਂ ਤੇਰੀਆਂ, ਪਰ ਨਿਰਾਕਾਰ ਸਵਰੂਪ ਵਿੱਚ ਹੇ ਵਾਹਿਗੁਰੂ ਤੇਰੀ ਇੱਕ ਵੀ ਮੂਰਤ ਨਹੀਂ ਹੈ। ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਈ। ਸਹਸ ਪਦ ਬਿਮਲ ਨਨ ਏਕ ਪਦ। ਆਮ ਕਰਕੇ ਸਾਡੀ ਜ਼ੁਬਾਨ ਤੇ ਪਾਠ ਚੜ ਜਾਂਦਾ, ਅੱਗੇ ਗੰਧ ਸ਼ਬਦ ਨਾਲ ਜੋੜ ਦਿੰਦੇ ਆ। ਸਹਿਸ ਪਦ ਬਿਮਲ ਨਨ ਏਕ ਪਦ ਗੰਧ, ਇੱਥੇ ਆਪਾਂ ਵਿਸ਼ਰਾਮ ਦੇ ਦਿੰਦੇ ਆ। ਵਿਸ਼ਰਾਮ ਪਹਿਲਾਂ ਜਿਹੜਾ ਪਦ ਸ਼ਬਦ ਆਇਆ ਉੱਥੇ ਲੱਗ ਜਾਂਦਾ, ਕਿਉਂਕਿ ਅਰਥ ਇੱਥੇ ਤੱਕ ਸਪਸ਼ਟ ਹੋਵੇਗਾ। ਗੰਧ ਸ਼ਬਦ ਅੱਗੇ ਜੁੜਦਾ ਨਾਲ। ਗੰਧ ਨਾਮ ਨੱਕ ਦਾ ਹੈ, ਪਦ ਨਾਮ ਪੈਰਾਂ ਦਾ ਹੈ। ਹੇ ਵਾਹਿਗੁਰੂ, ਸਕਾਰ ਰੂਪ ਦੇ ਵਿੱਚ ਤੇਰੇ ਹਜ਼ਾਰਾਂ ਹੀ ਪੈਰ ਨੇ। ਮਹਾਰਾਜ ਜੀ, ਸਕਾਰ ਰੂਪ ਦੇ ਵਿੱਚ ਤੇਰੇ ਹਜ਼ਾਰਾਂ ਹੀ ਪੈਰ ਨੇ, ਪਰ ਨਿਰਾਕਾਰ ਸਰੂਪ ਵਿੱਚ ਹੇ ਵਾਹਿਗੁਰੂ ਤੇਰਾ ਇੱਕ ਵੀ ਚਰਨ ਨਹੀਂ। ਸਕਾਰ ਰੂਪ ਵਿੱਚ ਹਜ਼ਾਰਾਂ ਹੀ ਚਰਨ ਨੇ, ਨਿਰਾਕਾਰ ਸਰੂਪ ਵਿੱਚ ਇੱਕ ਵੀ ਚਰਨ ਨਹੀਂ। ਗੰਧ ਬਿਨ, ਗੰਧ ਨਾਮ ਹੁੰਦਾ ਹੈ ਪ੍ਰਭੂ, ਇੱਕ ਗੰਧ ਨਾਮ ਹੁੰਦਾ ਨੱਕ ਦਾ। ਤੇਰੀ ਨੱਕ ਨਹੀਂ ਹੈ। ਨਿਰਾਕਾਰ ਸਰੂਪ ਵਿੱਚ ਇੱਕ ਵੀ ਨੱਕ ਨਹੀਂ ਹੈ। ਪਰ ਜਦੋਂ ਸਕਾਰ ਰੂਪ ਵਿੱਚ ਜਿੰਨੀਆਂ ਨੱਕਾਂ ਲੱਗੀਆਂ ਲੋਕਾਂ ਨੂੰ, ਇਹ ਸਾਰੀਆਂ ਤੇਰੀਆਂ ਹੀ ਨੇ, ਹਜ਼ਾਰਾਂ ਹੀ ਨੇ। ਹਾਂਜੀ, ਤੋ ਗੰਧ ਬਿਨ ਸਹਿਸ ਤਵ ਗੰਧ। ਉਦਾਂ ਇੱਕ ਵੀ ਨੱਕ ਨਹੀਂ ਤੇਰੀ, ਪਰ ਸਕਾਰ ਰੂਪ ਦੇ ਵਿੱਚ ਹਜ਼ਾਰਾਂ ਹੀ ਤੇਰੀਆਂ ਨੱਕਾਂ ਹਨ। ਏਵ ਚਲਤ ਮੋਹੀ। ਤੇਰੇ ਇਹੋ ਜਿਹੇ ਚਲਤ ਵੇਖ ਕੇ ਨਾ, ਤੇਰੀਆਂ ਇਹੋ ਜਿਹੀਆਂ ਖੇਡਾਂ ਵੇਖ ਕੇ ਮੇਰਾ ਤਾਂ ਮਨ ਮੋਹਿਆ ਜਾ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਆਰਤੀ ਕਰਦੇ ਆਪਣੇ ਭਗਵਾਨ ਦੀ ਤੇ ਵੇਖ ਵੇਖ ਕੇ ਮੋਹਿਆ ਨਹੀਂ ਜਾਂਦੇ। ਕਹਿੰਦੇ ਹੇ ਵਾਹਿਗੁਰੂ, ਤੇਰੇ ਜਦੋਂ ਮੈਂ ਇਹੋ ਜਿਹੇ ਚਲਤ ਵੇਖਦਾ, ਇਹੋ ਜਿਹੇ ਚੋਜ ਵੇਖਦਾ, ਵੇਖ ਵੇਖ ਕੇ ਮੇਰਾ ਤਾਂ ਮਨ ਮੋਹਿਆ ਜਾ ਰਿਹਾ ਮਹਾਰਾਜ। ਇਹ ਚਲਤ ਮੋਹੀ, ਮੇਰਾ ਮਨ ਤੇਰੇ ਚਲਤ ਵੇਖ ਕੇ ਮੋਹਿਆ ਜਾ ਰਿਹਾ ਹੈ। ਸਭ ਮੈਂ ਜੋਤ ਜੋਤ ਐ ਸੋਏ। ਸਾਰਿਆਂ ਵਿੱਚ ਹੈ ਪ੍ਰਭੂ ਤੇਰੀ ਹੀ ਜੋਤ ਹੈ। ਤੂੰ ਹੀ ਜੋਤੀ ਸਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ। ਸਭ ਮੈਂ ਜੋਤ, ਸਾਰਿਆਂ ਵਿੱਚ ਤੇਰੀ ਜੋਤ ਹੈ। ਜੋਤ ਹੈ ਸੋਏ।
ਜਾਂ ਕਹਿ ਲਈਏ ਜਿਹੜੀ ਸਾਰਿਆਂ 'ਚ ਜੋਤ ਹੈ ਉਹ ਤੇਰੀ ਹੈ, ਤੂੰ ਹੀ ਸਾਰਿਆਂ 'ਚ ਜੋਤ ਰੂਪ ਹੋ ਕੇ ਵਿਆਪਕ ਹੈ। ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ। ਉਸੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਚਾਨਣੇ ਕਰਕੇ ਸਾਰਿਆਂ 'ਚ ਚਾਨਣਾ ਹੋ ਰਿਹਾ ਹੈ। ਉਸੇ ਦੇ ਚਾਨਣੇ ਕਰਕੇ ਸਾਰਿਆਂ 'ਚ ਚਾਨਣਾ ਹੋ ਰਿਹਾ ਹੈ। ਫੋਕਾ ਗਿਆਨ ਜਿਸ ਨੂੰ ਵੇਦਾਂਤੀ ਕਹਿੰਦੇ ਨੇ ਅਹੰ ਬ੍ਰਹਮਸਮੀ, ਉਹ ਕਹਿੰਦੇ ਸਭ 'ਚ ਬ੍ਰਹਮ ਹੈ, ਮੈਂ ਹੀ ਬ੍ਰਹਮ ਹਾਂ। ਪਰ ਜਦੋਂ ਤੱਕ ਫੋਕਾ ਹੋਵੇ ਉਦੋਂ ਤੱਕ ਕੇਵਲ ਰਸਨਾ ਤੋਂ ਕਹਿਣਾ ਮੈਂ ਹੀ ਬ੍ਰਹਮ ਹਾਂ, ਉਹ ਇਉਂ ਹੈ ਜਿਵੇਂ ਕੜਛੀ ਕਿਸੇ ਸਬਜ਼ੀ ਵਿੱਚ ਫਿਰ ਰਹੀ ਹੈ, ਕੜਾਹ ਵਿੱਚ ਫਿਰ ਰਹੀ ਹੈ, ਚੰਗੇ ਪਲਾਓ 'ਚ ਫਿਰ ਰਹੀ ਹੈ, ਪਰ ਉਹਨੂੰ ਉਹਦਾ ਕੋਈ ਸਵਾਦ ਨਹੀਂ ਪਿਆ ਆਉਂਦਾ। ਕੱਲਾ ਰਸਨਾ ਤੋਂ ਕਹਿਣਾ ਅਹੰ ਬ੍ਰਹਮ ਜੀ ਮੈਂ ਰੱਬ ਹਾਂ ਜੀ, ਸਾਰਿਆਂ 'ਚ ਹੀ ਰੱਬ ਹੈ, ਜਦੋਂ ਤੱਕ ਹਿਰਦੇ ਵਿੱਚ ਉਸ ਨੂੰ ਅਨੁਭਵ ਨਹੀਂ ਕੀਤਾ ਉਹ ਇਸੇ ਤਰ੍ਹਾਂ ਹੀ ਹੈ। ਅਕਸਰ ਬਹੁਤ ਸਾਰੇ ਲੋਕਾਂ ਨੇ, ਵੇਦਾਂਤੀਆਂ ਨੇ ਅਹੰ ਬ੍ਰਹਮਸਮੀ ਕਹਿ ਕੇ ਜੀ ਮੈਂ ਬ੍ਰਹਮ ਹਾਂ, ਸਾਨੂੰ ਕਿਹੜਾ ਕੋਈ ਪਾਪ ਵਿਆਪਦਾ, ਉਹ ਭ੍ਰਸ਼ਟ ਹੋ ਗਏ, ਪਾਪ ਕਰਮਾਂ 'ਚ ਭ੍ਰਸ਼ਟ ਹੋ ਗਏ। ਕਿਸੇ ਇੱਕ ਸੰਤ ਨੇ ਇੱਕ ਚੇਲੇ ਨੂੰ ਕਹਿ ਦਿੱਤਾ ਵੀ ਸਭ ਬ੍ਰਹਮ ਹੈ, ਉਹ ਕਹਿੰਦਾ ਮੈਂ ਵੀ ਬ੍ਰਹਮ ਹਾਂ, ਕਹਿੰਦੇ ਹਾਂ ਤੂੰ ਵੀ ਬ੍ਰਹਮ ਹੈ। ਉਹ ਜਾ ਕੇ ਜਿੱਥੇ ਜਾਇਆ ਕਰੇ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਲੋਕਾਂ ਨੇ ਉਹਦਾ ਨਾਂ ਪਾ ਦਿੱਤਾ ਬ੍ਰਹਮ ਗਿਆਨੀ, ਵੀ ਅਰਥਾਂ ਤੇ ਕਹਿੰਦਾ ਸੀ। ਜਿੱਥੇ ਜਾਣਾ ਉਹਨੇ ਕਹਿਣਾ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਸਭ ਨੇ ਕਹਿਣਾ ਇਹ ਤਾਂ ਬ੍ਰਹਮ ਗਿਆਨੀ ਹੈ। ਬੜਾ ਪ੍ਰਚਾਰ ਹੋਇਆ ਉਹਦਾ ਬ੍ਰਹਮ ਗਿਆਨੀ। ਇੱਕ ਦਿਨ ਇੱਕ ਹਾਥੀ ਭੂਤਰਿਆ ਹੋਇਆ, ਖੂੰਖਾਰ ਹੋਇਆ, ਉਹਦੇ ਤੇ ਮਹਾਵਤ ਬੈਠਾ, ਉੱਚੀ ਉੱਚੀ ਹਾਥੀ ਭੂਤਰਿਆ ਹੋਇਆ ਦੌੜਿਆ ਆਉਂਦਾ ਸੀ, ਦਤਾੜਦਾ ਆਉਂਦਾ ਸੀ, ਜਿਹੜਾ ਨੇੜੇ ਆਉਂਦਾ ਸੀ। ਉੱਤੇ ਸਿਰ ਤੇ ਮਹਾਵਤ ਬੈਠਾ, ਕਹੀ ਜਾਏ ਉਹ ਪਰੇ ਹਟ ਜੋ, ਪਾਸੇ ਹਟ ਜੋ, ਇਹ ਅੱਗੇ ਖੜਾ ਸੀ। ਕਹਿੰਦਾ ਮੈਂ ਵੀ ਬ੍ਰਹਮ, ਇਹ ਜਿਹੜਾ ਹਾਥੀ ਆਉਂਦਾ ਇਹ ਵੀ ਬ੍ਰਹਮ, ਉੱਤੇ ਜਿਹੜਾ ਮਹਾਵਤ ਬੈਠਾ ਹੈ ਉਹ ਵੀ ਬ੍ਰਹਮ। ਨਾਲ ਦੇ ਲੋਕ ਕਹਿਣ ਲੱਗੇ ਜੀ ਤੁਹਾਨੂੰ ਤਾਂ ਉਹ ਬ੍ਰਹਮ ਦਿਸਦਾ, ਪਰ ਹਾਥੀ ਨੂੰ ਤੂੰ ਬ੍ਰਹਮ ਨਹੀਂ ਦਿਸਦਾ। ਉਹਨੇ ਲਿਹਾਜ਼ ਨਹੀਂ ਜੇ ਕਰਨਾ ਵੀ ਪਾਸੇ ਹੋ ਜਾ। ਉਹ ਕਹਿੰਦਾ ਨਾ ਨਾ ਮੈਂ ਵੀ ਬ੍ਰਹਮ, ਉਹ ਵੀ ਬ੍ਰਹਮ, ਤੂੰ ਵੀ ਬ੍ਰਹਮ, ਇਹ ਵੀ ਬ੍ਰਹਮ। ਇੰਨੇ ਨੂੰ ਬਾਕੀ ਲੋਕ ਤਾਂ ਚਲੇ ਗਏ, ਅੱਗੇ ਖਲੋਤਾ ਰਹਿ ਗਿਆ। ਹਾਥੀ ਆਇਆ, ਹਾਥੀ ਨੇ ਲਿਆ ਸੁੰਡ, ਜਿਹਨੂੰ ਪਟਕੀਰ ਕੇ ਪਰੇ ਸੁੱਟਿਆ, 5-7 ਹੱਡ ਟੁੱਟ ਗਏ। ਇਹਦਾ ਜਿਹੜਾ ਗੁਰੂ ਸੀ ਨਾ, ਸੰਤ ਜਿਹਨੇ ਇਹਨੂੰ ਗਿਆਨ ਦਿੱਤਾ ਸੀ, ਉਹ ਆਇਆ ਕੋਲ, ਕਹਿਣ ਲੱਗਾ ਤੁਸੀਂ ਚੰਗਾ ਮੈਨੂੰ ਗਿਆਨ ਦਿੱਤਾ, ਮੇਰੇ ਤਾਂ ਹੱਡ ਤੋੜ ਕੇ ਰੱਖ ਦਿੱਤੇ ਆ ਹਾਥੀ ਨੇ। ਉਹ ਕਹਿੰਦਾ ਵੀ ਮੈਂ ਤੇ ਤੈਨੂੰ ਕਿਹਾ ਸੀ ਵੀ ਸਭ ਬ੍ਰਹਮ ਹੈ। ਕਹਿੰਦਾ ਫਿਰ ਮੈਂ ਤਾਂ ਉਹ ਹਾਥੀ 'ਚ ਵੀ ਬ੍ਰਹਮ ਵੇਖਦਾ ਸੀ। ਕਹਿਣ ਲੱਗਾ ਵੀ ਤੈਨੂੰ ਹਾਥੀ 'ਚ ਬ੍ਰਹਮ ਦਿਸ ਗਿਆ ਜਿਹੜਾ ਸਿੱਧਾ ਦੌੜਿਆ ਆਉਂਦਾ ਸੀ। ਉਸ ਹਾਥੀ ਦੇ ਉੱਤੇ ਵੀ ਤਾਂ ਮਹਾਵਤ ਸੀ, ਉਹ ਵੀ ਬ੍ਰਹਮ ਬੈਠਾ ਸੀ, ਉਹ ਤੈਨੂੰ ਬ੍ਰਹਮ ਹੀ ਕਹਿ ਰਿਹਾ ਸੀ। ਉਹ ਪਾਸੇ ਹਟ ਜਾ, ਪਾਸੇ ਹਟ ਜਾ, ਤੂੰ ਨਹੀਂ ਹਟਿਆ ਤੇ ਫਿਰ ਬ੍ਰਹਮ ਨੇ ਬ੍ਰਹਮ ਨੂੰ ਆ ਕੇ ਚੁੱਕ ਕੇ ਪਟਕੀਰ ਕੇ ਮਾਰ ਦਿੱਤਾ। ਤੇ ਫਿਰ ਰੋਣਾ ਕਿਉਂ ਹੈ? ਬ੍ਰਹਮ ਨੇ ਬ੍ਰਹਮ ਨੂੰ ਚੁੱਕ ਕੇ ਮਾਰਿਆ। ਉਹ ਜਿਹੜਾ ਉੱਤੇ ਬੈਠਾ ਸੀ ਉਹ ਵੀ ਤਾਂ ਬ੍ਰਹਮ ਸੀ, ਉਹ ਵੀ ਕਹੀ ਜਾਂਦਾ ਸੀ ਪਾਸੇ ਹਟ ਜਾ ਤੂੰ। ਜਦੋਂ ਬ੍ਰਹਮ ਦੀ ਬ੍ਰਹਮ ਨੇ ਨਹੀਂ ਸੁਣੀ ਤੇ ਫਿਰ ਬ੍ਰਹਮ ਨੇ ਬ੍ਰਹਮ ਨੂੰ ਆ ਕੇ ਚੁੱਕ ਕੇ ਪਟਕੀਰ ਕੇ ਮਾਰਿਆ। ਹੁਣ ਭੁਗਤ। ਹੁਣ ਜਦੋਂ ਫੋਕਾ ਗਿਆਨ ਹੋਵੇ, ਕੱਲਾ ਜ਼ੁਬਾਨ ਤੇ ਵੀ ਬ੍ਰਹਮ ਗਿਆਨ ਹੈ ਜੀ ਸਾਨੂੰ, ਫਿਰ ਗੱਲ ਨਹੀਂ। ਜਦੋਂ ਅੰਦਰੋਂ ਇਹ ਖੇਡ ਬਣ ਜੇ, ਸਭ ਮੈਂ ਜੋਤ, ਕਬੀਰ ਜੀ ਦੀ ਬਣੀ। ਹਾਥੀ ਸੀ ਝੂਲਦਾ ਹੋਇਆ ਆਉਂਦਾ, ਕਹਿੰਦਾ ਇਹਨੂੰ ਲਤਾੜ ਕੇ ਰੱਖ ਦਿਓ ਕਬੀਰ ਨੂੰ, ਹਾਥੀ ਦੇ ਪੁੜਾਂ ਥੱਲੇ ਖੂਨੀ ਹਾਥੀ ਹੈ। ਹਾਥੀ ਟੁਰਿਆ ਆਉਂਦਾ, ਝੰਗਾੜਦਾ ਆਉਂਦਾ, ਵੀ ਜਿਵੇਂ ਮੰਨ ਹੁਣ ਕਬੀਰ ਨੂੰ ਬੰਨ੍ਹ ਕੇ ਸੁੱਟਿਆ ਹੋਇਆ ਜੰਜੀਰਾਂ ਨਾਲ, ਵੀ ਪੈਰਾਂ ਥੱਲੇ ਲਤਾੜ ਦੇਣਾ।
ਤੇ ਮਹਾਰਾਜ ਕਬੀਰ ਜੀ ਨੂੰ ਉਸ ਹਾਥੀ 'ਚ ਬ੍ਰਹਮ ਦੀ ਚੇਤਨਾ ਨਜ਼ਰ ਆ ਰਹੀ ਹੈ ਤੇ ਹਾਥੀ ਨੂੰ ਵੀ ਉਸ ਕਬੀਰ ਜੀ ਦੇ ਸਵਰੂਪ ਵਿੱਚ ਬੱਬਰ ਸ਼ੇਰ ਦਾ ਸਵਰੂਪ ਨਜ਼ਰ ਆਉਣ ਲੱਗ ਪਿਆ ਤੇ ਉਹੀ ਹਾਥੀ ਜਿਹੜਾ ਲਤਾੜਨ ਨੂੰ ਆਉਣ ਨੂੰ ਫਿਰਦਾ ਸੀ ਉਹ ਆਪਣੇ ਦੋਵੇਂ ਪੋਟ ਜੋੜ ਕੇ ਕਬੀਰ ਜੀ ਨੂੰ ਸੀਸ ਝੁਕਾ ਕੇ ਪ੍ਰਣਾਮ ਕਰ ਰਿਹਾ। ਇਹ ਉਹ ਅਵਸਥਾ ਸੀ ਜਿਨ੍ਹਾਂ ਨੇ ਜਾਣ ਲਿਆ, ਜਿਨ੍ਹਾਂ ਨੇ ਹਸਤ ਪੋਟ ਲੈ ਲੈ ਨਮਸਕਾਰੇ, ਉਹ ਨਮਸਕਾਰਾਂ ਕਰਨ ਲੱਗ ਪਿਆ। ਸਤਿਗੁਰੂ ਜੀ ਫਰਮਾਉਂਦੇ ਐ ਸਾਰਿਆਂ ਵਿੱਚ ਉਸੇ ਦੀ ਜੋਤ ਹੈ, ਤਿਸੇ ਦੇ ਚਾਨਣੇ ਨਾਲ ਸਾਰਿਆਂ 'ਚ ਚਾਨਣਾ ਹੋ ਰਿਹਾ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਸੇ ਦੇ ਚਾਨਣੇ ਕਰਕੇ, ਉਸੇ ਦੇ ਪ੍ਰਕਾਸ਼ ਕਰਕੇ ਸਾਰਿਆਂ 'ਚ ਪ੍ਰਕਾਸ਼ ਹੋ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਪਰ ਇਹ ਜੋਤ ਅੰਦਰ ਤਾਂ ਪ੍ਰਗਟ ਹੁੰਦੀ ਹੈ ਜੇ ਗੁਰੂ ਕੀ ਸਿੱਖਿਆ ਸੁਣੋਗੇ। ਗੁਰ ਸਾਖੀ ਜਦੋਂ ਗੁਰੂ ਸਾਖੀ ਬਣੇ, ਹਾਂ ਗੁਰੂ ਸਾਖੀ ਬਣੇ, ਗੁਰੂ ਕੋਲ ਆ ਕੇ ਆਖੇ ਹਾਂ ਤੂੰ ਬ੍ਰਹਮ ਸਵਰੂਪ ਹੈ, ਸਿਰ ਤੇ ਹੱਥ ਧਰੇ, ਅੰਦਰ ਦੇ ਪਰਦੇ ਖੋਲ ਦੇਵੇ ਤੇ ਆਤਮਾ ਦੇ ਸਵਰੂਪ ਦਾ ਸਾਖਸ਼ਾਤ ਕਰਾ ਦੇਵੇ, ਇਹ ਕੇਵਲ ਗੁਰੂ ਕਰ ਸਕਦਾ ਹੈ। ਗੁਰੂ ਸਾਖੀ ਬਣ ਕੇ, ਸਾਖੀ ਬਣ ਕੇ ਜਾਂ ਗੁਰੂ ਦੀ ਸਿੱਖਿਆ ਨਾਲ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੀ ਜੋਤ, ਆਤਮਾ ਦਾ ਸਵਰੂਪ, ਬ੍ਰਹਮ ਦਾ ਸਵਰੂਪ ਉਹ ਅੰਦਰ ਸਾਖਸ਼ਾਤਕਾਰ ਹੁੰਦਾ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਜਿਹੜਾ ਉਹਨੂੰ ਭਾਵੇ ਉਹੀ ਆਰਤੀ ਹੈ, ਜਿਹੜਾ ਉਹਨੂੰ ਭਾ ਜਾਂਦਾ, ਜਿਹੜਾ ਕਰਮ ਉਹਨੂੰ ਭਾਵੇ ਉਹੀ ਉਹਦੀ ਆਰਤੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਏ ਆਈ ਪਿਆਸਾ। ਹਰੀ ਦੇ ਚਰਨ ਕਮਲਾਂ ਦੇ ਮਕਰੰਦ ਵਿੱਚ ਮੇਰਾ ਮਨ ਭੌਰਾ ਬਣ ਕੇ ਲੁਭਾਏ ਮਾਨ ਹੋ ਕੇ ਉੱਥੇ ਹੀ ਮਡਰਾਉਂਦਾ ਹੈ। ਲੋਭਿਤ ਮਨੋ, ਭਵਰਾ ਬਣ ਕੇ ਮਡਰਾਉਂਦਾ। ਅਨ ਦਿਨੋ ਰਾਤ ਦਿਨ ਮੇਰੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਦੀ ਪਿਆਸ ਲੱਗੀ ਹੋਈ ਹੈ। ਜਿਵੇਂ ਬਬੀਹੇ ਨੂੰ ਪਿਆਸ ਲੱਗੀ ਹੁੰਦੀ ਹੈ ਨਾ, ਉਹਨੂੰ ਸਵਾਂਤੀ ਬੂੰਦ ਤੋਂ ਬਿਨਾਂ ਉਹਦੀ ਪਿਆਸ ਨਹੀਂ ਬੁਝਦੀ। ਏਦਾਂ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਉਹ ਮੇਰੇ ਹਿਰਦੇ ਵਿੱਚ ਲੱਗੀ ਹੋਈ ਹੈ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋਂ ਆਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਖੰਭ ਵਿਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ, ਲਹਾ ਸੋ ਸੱਜਣ ਟੋਲ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਉਹ ਰਾਤ ਦਿਨ ਅੱਠੇ ਪਹਿਰ ਮੇਰੇ ਹਿਰਦੇ 'ਚ ਬਣੀ ਹੋਈ ਹੈ। ਕਿਰਪਾ ਜਲ ਦੇ ਨਾਨਕ ਸਾਰਿੰਗ ਕੋ, ਹੋਏ ਜਾਤੇ ਤੇਰੇ ਨਾਮ ਵਾਸਾ। ਏ ਵਾਹਿਗੁਰੂ ਮੈਂ ਤੇਰੇ ਦਰ ਦਾ ਪਪੀਹਾ ਹਾਂ, ਤੂੰ ਆਪਣੀ ਕਿਰਪਾ ਦਾ ਜਲ ਮੇਰੇ ਮੂੰਹ ਵਿੱਚ ਪਾ, ਜਿਹਦੇ ਨਾਲ ਮੈਂ ਤੇਰੇ ਨਾਮ ਦੇ ਵਿੱਚ ਵਸ ਜਾਵਾਂ। ਹੋਏ ਜਾਤੇ ਤੇਰਾ ਨਾਮ ਵਾਸਾ, ਤੇਰੇ ਨਾਮ 'ਚ ਮੇਰਾ ਵਾਸਾ ਹੋ ਜਾਏ, ਤੇਰੇ ਨਾਮ 'ਚ ਮੇਰਾ ਨਿਵਾਸ ਹੋ ਜਾਏ। ਹੇ ਪ੍ਰਭੂ ਐਸਾ ਜਲ ਤੂੰ ਮੇਰੇ ਮੁਖ ਵਿੱਚ ਪਾ ਆਪਣੀ ਕਿਰਪਾ ਦਾ। ਦੋਹਰਾ ਇਸ ਪ੍ਰਕਾਰ ਕੀ ਆਰਤੀ, ਨਿਤ ਉਤਾਰ ਕਰਤਾਰ। ਇਸ ਪ੍ਰਕਾਰ ਦੀ ਆਰਤੀ ਉਸ ਕਰਤਾਰ ਦੀ ਨਿਤ ਅਸੀਂ ਉਤਾਰਦੇ ਹਾਂ ਪੰਡਤ ਜੀ। ਇਹ ਆਰਤੀ ਹੈ ਅਸੀਂ ਨਿਰੰਕਾਰ ਦੀ ਜੋ ਕਰਦੇ ਹਾਂ, ਇਹ ਨਿਤਾ ਪ੍ਰਤੀ ਕਰਦੇ ਹਾਂ। ਇਹ ਕਰਤਾਰ ਦੀ ਰੋਜ਼ ਦੀ ਆਰਤੀ ਹੈ। ਮਨ ਕੋ ਰੋਕ ਜੋ ਕਰਤਿਓ, ਫਿਰ ਨਾ ਪਾਏ ਸੰਸਾਰ। ਜਿਹੜੇ ਮਨ ਨੂੰ ਰੋਕ ਕੇ ਆਰਤੀ ਕਰਦੇ ਨੇ ਉਸ ਨਿਰੰਕਾਰ ਦੀ, ਉਹਨਾਂ ਨੂੰ ਮੁੜ ਕੇ ਸੰਸਾਰ ਦੇ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਆਉਣਾ ਪੈਂਦਾ। ਆ ਖੁੱਲੇ ਆਕਾਸ਼ ਵਿੱਚ ਬੈਠਿਆਂ ਚਮਕਦੇ ਹੋਏ ਸੂਰਜ ਦੀ ਲੌ ਤੇ ਖਿੜੀ ਹੋਈ ਬਨਸਪਤੀ ਨੂੰ ਵੇਖ ਕੇ ਆਰਤੀ ਚੇਤੇ ਆਵੇ, ਪਰਮੇਸ਼ਰ ਦੀ ਆਰਤੀ ਹੋ ਰਹੀ ਹੈ।
ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਇਉਂ ਜਾਪੇ ਅਕਾਲ ਪੁਰਖ ਦੀ ਆਰਤੀ ਦੇ ਥਾਲ 'ਚ ਫੁੱਲ ਪਏ ਹੋਏ ਹੈ। ਤੋ ਇਸ ਆਰਤੀ ਵਿੱਚ ਜਿਨ੍ਹਾਂ ਦਾ ਮਨ ਰੁਕ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਮੁੜ ਕੇ ਸੰਸਾਰ ਵਿੱਚ ਨਹੀਂ ਆਉਣਾ ਪੈਂਦਾ। ਚੋਪਈ ਸੁਨ ਕਰ ਪੰਡੀ ਬੰਧਨ ਕਰਈ। ਮੇਰੇ ਪਾਤਸ਼ਾਹ ਦੀ ਰਸਨਾ ਤੋਂ ਨਿਕਲੇ ਹੋਏ ਅੰਮ੍ਰਿਤ ਬੋਲ ਇਹੋ ਜਿਹੀਆਂ ਅਣੀਆਂ ਵਾਲੇ ਤੀਰ ਸੀ। ਜਦੋਂ ਇਹਨਾਂ ਪੰਡਿਆਂ ਦੇ ਕਲੇਜੇ 'ਚ ਵੱਜੇ ਇਹੋ ਜਿਹਾ ਛੇਕ ਪੈ ਗਿਆ ਕਿ ਲੱਗਦਿਆਂ ਸਾਰ ਇਹਨਾਂ ਅਣੀਆਂ ਵਾਲੇ ਤੀਰਾਂ ਦੇ ਪੰਡੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਨਮੱਥਾ ਟੇਕਦੇ ਆ, ਡਿੱਗ ਕੇ ਨਮਸਕਾਰ ਕਰਦੇ ਹਨ, ਬੰਦਨਾ ਕਰਦੇ ਹਨ। ਮਹਾਪੁਰਖ ਇਹ ਬਚਨ ਉਚਰਈ। ਉਹ ਪੰਡੇ ਜਿਹੜੇ ਕੁਝ ਸਮੇਂ ਪਹਿਲਾਂ ਹੋਰ ਸੁਰ 'ਚ ਗੱਲ ਕਰਦੇ ਸੀ, ਸੁਰ ਬਦਲ ਗਈ। ਪਾਤਸ਼ਾਹ ਨੂੰ ਕਹਿੰਦੇ ਤਾਂ ਮਹਾਪੁਰਸ਼ ਹਨ, ਇਹ ਤਾਂ ਮਹਾਨ ਪੁਰਖ ਹਨ, ਇਹ ਜੋ ਬਚਨ ਕਰ ਰਹੇ ਨੇ ਹਿਰਦੇ ਵਿੱਚ ਉਤਰਦੇ ਹਨ। ਆਹੇ ਸਤ ਸਭ ਇਨਕੋ ਕਹਿਨੋ। ਜੋ ਜੋ ਇਹਨਾਂ ਨੇ ਕਿਹਾ ਬਿਲਕੁਲ ਸਤ ਕਿਹਾ। ਇਹ ਜੋ ਆਖ ਰਹੇ ਨੇ ਸਤ ਹੈ, ਔਰ ਇਹ ਸਤ ਜੁਗਾਂ ਜੁਗਾਂ ਤਾਈਂ ਸਤ ਹੈ। ਮਨ ਸਥਿਰ ਇੱਕ ਛਿਨ ਨੈ ਰਹਿਨੋ। ਵਾਕਈ ਸਾਡੇ ਮਨ ਨਹੀਂ ਸਨ ਟਿਕੇ ਹੋਏ, ਇੱਕ ਛਿਨ ਮਾਤਰ ਵੀ ਨਹੀਂ ਟਿਕਦੇ। ਦੋਏ ਦਿਵਸ ਤੈ ਰਾਖਿਓ ਡੇਰਾ। ਮਹਾਰਾਜ ਆਪ ਜੀ ਨੇ ਦਇਆ ਕਰਕੇ ਸਾਡੇ ਅੰਦਰ ਦੀ ਬਿਮਾਰੀ ਕੱਢ ਕੇ ਸਾਨੂੰ ਦੱਸੀ ਹੈ। ਕਿਰਪਾ ਕਰੋ ਸਾਡੀ ਇਹ ਬਿਮਾਰੀ ਨਿਵਾਰ ਦਿਓ। ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ 2 ਦਿਨ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਇਹਨਾਂ ਪੰਡਿਆਂ ਦੇ ਪਾਸ ਰਹੇ। ਬੋਰੋ ਗਵਨੀ ਹੋਤ ਸਵੇਰਾ। 2 ਦਿਨ ਇੱਥੇ ਰਹਿ ਕੇ ਸਵੇਰ ਹੋਈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਅੱਗੇ ਚੱਲ ਪਏ। ਇਤਕ ਦੂਰ ਗੇ ਸਾਗਰ ਤੀਰਾ। ਸਮੁੰਦਰ ਦਾ ਕਿਨਾਰਾ ਹੈ ਜਗਨਨਾਥਪੁਰੀ ਤੇ, ਦੂਰ ਤੱਕ ਸਮੁੰਦਰ ਵਗਦਾ ਹੈ। ਸਮੁੰਦਰ ਦੇ ਕਿਨਾਰੇ ਕਿਨਾਰੇ ਸਤਿਗੁਰੂ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਟੁਰਦੇ ਜਾ ਰਹੇ ਹਨ। ਅਤ ਤਰੰਗ ਕੋ ਉਚਰਤ ਨੀਰਾ। ਸਮੁੰਦਰ ਵਿੱਚ ਉੱਚੀਆਂ ਉੱਚੀਆਂ ਤਰੰਗਾਂ ਉੱਠਦੀਆਂ ਹਨ, ਲਹਿਰਾਂ ਉੱਠਦੀਆਂ ਹਨ। ਗਹਿਰਾ ਸਮੁੰਦਰ ਹੈ। ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਦੀ ਛਾਂ ਛਾਂ ਦੀ ਆਵਾਜ਼ ਆਉਂਦੀ ਹੈ। ਪੁਨ ਤਟ ਬੈਠੇ ਕਿਰਪਾ ਨਿਦਾਨਾ। ਸਮੁੰਦਰ ਦੇ ਕਿਨਾਰੇ ਇੱਕ ਰਮਣੀਕ ਸਥਾਨ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੰਢੇ ਤੇ ਬੈਠ ਗਏ। ਭਾਈ ਮਰਦਾਨਾ ਜੀ, ਭਾਈ ਸਾਹਿਬ, ਭਾਈ ਬਾਲਾ ਜੀ ਸਤਿਗੁਰਾਂ ਦੇ ਨਾਲ ਹਨ। ਗਾਵਨ ਲਗਾ ਸ਼ਬਦ ਮਰਦਾਨਾ। ਮਰਦਾਨੇ ਦੀ ਮਨ ਚ ਮੌਜ ਆਈ। ਬੜਾ ਸੋਹਣਾ ਇਲਾਕਾ, ਸਮੁੰਦਰ ਦਾ ਕੰਢਾ, ਐਨ ਸ਼ਾਂਤੀ ਸੀ ਚਾਰੇ ਪਾਸੇ। ਭਾਈ ਮਰਦਾਨਾ ਜੀ ਨੇ ਗੁਰੂ ਆਗਿਆ ਲਈ। ਮਹਾਰਾਜ ਆਗਿਆ ਹੋਵੇ ਤੇ ਆਪ ਜੀ ਦੇ ਸ਼ਬਦ ਗਾ ਲਵਾਂ ਗੁਰੂ ਬਾਬਾ। ਪਾਤਸ਼ਾਹ ਇਸ਼ਾਰਾ ਕੀਤਾ। ਭਾਈ ਮਰਦਾਨੇ ਨੇ ਰਬਾਬ ਛੇੜੀ। ਰਬਾਬ ਛੇੜ ਕੇ ਕੀਰਤਨ ਕਰਨ ਲੱਗੇ। ਕੀਰਤਨ ਕਰਦਿਆਂ ਕਰਦਿਆਂ ਗੁਰ ਸ਼ਬਦ ਵਿੱਚ ਭਾਈ ਮਰਦਾਨਾ ਜੀ ਦਾ ਮਨ ਰੁਕ ਗਿਆ। ਕੁਝ ਸਮਾਂ ਕੀਰਤਨ ਹੁੰਦਾ ਰਿਹਾ। ਉਸ ਕੀਰਤਨ ਦਾ ਅਸਰ ਚਾਰੇ ਪਾਸੇ ਹੋ ਰਿਹਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਬਾਬਾ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ, ਗੁਰਬਾਣੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ